कज़ाब बंदा है। देख फिर गला गला गाला दे रहे हैं, कहता मैं तो नहीं गाला करना, उससे जाके क्यों दसे नहीं तो और तनु क्या है, क्यों ना कवा कज़ाब, क्यों ना कवा दज्जाल, तनु क्यों ना कवा यूसुफ दी तो इतिहाद तनु यूसुफ ने गाल कटी है। झूठ बोलिया फिर बकवास कर तू। हाँ तू झूठ बोलिया ना, तू आख्या यूसुफ ने तनु गाला कटिया ने हुन थोड़ी देर पहले, तू क्या है ਉੱਥੇ ਜਾ ਕੇ। अच्छा रिकॉर्डिंग दस मैनू, रिकॉर्डिंग में दस, जैसा मैनू कहने रिकॉर्डिंग दस, तू रिकॉर्डिंग तू इल्जाम तू पे लेना है, वो कज़ाबा दज्जाला इल्जाम तू पे लेना है, रिकॉर्डिंग ऐसा पेश करनी है। ਤੇ ਗੱਲ ਆ ਜਿਹੜੀ ਤੂੰ ਤੂੰ ਕਦੇ ਮੀਏ ਕੋਲ ਤੂੰ ਕਦੇ ਕਜ਼ਾਬਾ ਤੇ ਜਾਲਾ ਮੀਏ ਕੋਲ ਬਹਿ ਕੇ ਲੱਗਿਆ ਉਹਨੇ ਬਹਿ ਕੇ ਆਖਣ ਲੱਗਿਆ ਉਹਨੇ ਮੈਨੂੰ ਫਲਾਣਾ ਫਲਾਣਾ ਆਂਦਾ ਮਿਰਜ਼ੇ ਨੂੰ ਗਾਲਾਂ ਕੱਢੋ। ਤੂੰ ਦੱਸ ਦੇ ਇੱਕ ਦਿਹਾੜੇ ਵੀ ਤੈਨੂੰ ਕਿਸੇ ਨੇ ਆਖਿਆ ਹੋਵੇ ਕਿ ਮਿਰਜ਼ੇ ਨੂੰ ਗਾਲਾਂ ਕੱਢੋ। ਐਡਾ ਤੂੰ ਕਜ਼ਾਬ ਤੇ ਜਾਲ ਦੂਸਰੇ ਨੂੰ ਨਹੀਂ ਕਹੋਗੇ, ਤੁਹਾਡਾ ਮਕਸਦ ਹੀ ਅਸੀਂ ਕੱਢਨੇ ਆ ਨਾ, ਅਸੀਂ ਕੱਢਨੇ ਆ। ਤੈਨੂੰ ਕਿਸੇ ਨੇ ਕਿਹਾ ਕਿ ਤੂੰ ਜਾ ਕੇ ਮਿਰਜ਼ੇ ਨੂੰ ਗਾਲਾਂ ਕੱਢ ਦੇ ਰਹਾ, ਤੁਸੀਂ ਬੈਠੇ ਹੀ ਥੇ ਉਸ ਅਸੀਂ ਕੱਢਨੇ ਆ ਨਾ, ਉਹ ਅਸੀਂ ਕੱਢਨੇ। ਤੈਨੂੰ ਕਿਸੇ ਨੇ ਆਖਿਆ ਕਿ ਤੂੰ ਮਿਰਜ਼ੇ ਨੂੰ ਗਾਲਾਂ ਕੱਢ, ਕਿਸੇ ਨੇ ਆਖਿਆ ਤੈਨੂੰ? ਕਹਿੰਦੇ ਹੋ ਰਿਹਾ ਦੇਖ ਕਿਤਾਬ ਵਿੱਚ ਕੀ ਲਿਖਿਆ, ਇਸ ਤਰ੍ਹਾਂ ਦੇ ਬੰਦੇ ਨੂੰ ਇੰਝ ਕਹਿਣਾ ਚਾਹੀਦਾ, ਅਸੀਂ ਇੰਝ ਕਹਿੰਦੇ ਹੋ, ਮੈਨੂੰ ਇੰਝ ਪੱਟੀ ਪੜਾਉਂਦੇ ਹੋ ਬੱਚੇ ਆ ਕੇ, ਤੂੰ ਇਹ ਗੱਲ ਕਹੇ ਤੇ ਗੱਲ ਹੀ ਕਹਿੰਦੇ ਹੋ ਨਾ। ਤੂੰ ਬੱਚੇ ਪੱਟੀ ਪੜਾਉਂਦੇ ਤੁਸੀਂ ਇੱਕ ਟੈਸਟ ਕਰਦੇ ਹੋ, ਮੇਰਾ ਬੱਚੇ ਨਾ ਕਰੀਦਾ, ਮੈਂ ਬੱਚਾ ਨਹੀਂ ਹਾਂ। ਤੈਨੂੰ ਆਖਿਆ ਤੂੰ ਦੱਸ ਕਿੱਥੇ ਤੈਨੂੰ ਯੂਸੁਫ ਨੇ ਗਾਲਾਂ ਕੱਢੀਆਂ ਨੇ ਤੇ ਕਿੱਥੇ ਅਸਾਂ ਤੈਨੂੰ ਆਖਿਆ ਕਿ ਮਿਰਜ਼ੇ ਨੂੰ ਗਾਲਾਂ ਕੱਢ। ਹਾਂ ਇਹ ਤੇ ਤੁਸੀਂ ਕਈ ਵਾਰ ਕਿਹਾ ਨਾ, ਇਹਦਾ ਤਾਂ ਮੇਰੇ ਕੋਲ ਕਿਹੜੇ ਬੰਦੇ ਤੈਨੂੰ ਲਿਆ ਸਬੂਤ ਲਿਆ, ਕਜ਼ਾਬ ਤੇ ਦਜਾਲ ਤੂੰ ਬੜਾ ਝੂਠਾ ਕਜ਼ਾਬਾ ਲਿਆ, ਸਬੂਤ ਲਿਆ। ਤੂੰ ਦਜਾਲ ਹੈ, ਦਜਾਲ ਤੂੰ ਬਾਲ ਕਰ ਰਿਹਾ, ਤੂੰ ਇੱਕ ਲੂਟੀ ਇਨਸਾਨ ਹੈ। ਦਜਾਲ ਤੇ ਤੂੰ ਹੈ, ਤੂੰ ਗਾਲਾਂ ਲੂਟੀ ਕੱਢਣਾ ਹੈ। ਸ਼ੁਰੂ ਹੋ ਗਿਆ ਜਿੱਥੇ ਕਦੇ ਮੀਏ ਕੋਲ ਬਹਿ ਕੇ ਲੱਗਿਆ ਹੋਣਾ ਆਖਣ ਉਹ ਜੀ ਉਹਨਾਂ ਮੈਨੂੰ ਬੜੀ ਕੋਸ਼ਿਸ਼ ਕੀਤੀ ਕਿ ਮੈਂ ਮਿਰਜ਼ਾ ਨੂੰ ਗਾਲਾਂ ਕੱਢਾਂ ਤੇ ਮੈਂ ਨਹੀਂ ਕੱਢੀਆਂ। ਐਡਾ ਤੂੰ ਦਜਾਲ ਤੇ ਕਜ਼ਾਬ ਹੈ। ਕੱਲ ਤੂੰ ਉੱਥੇ ਪਹੁੰਚ ਗਿਆ ਕਿ ਯੂਸੁਫ ਨੇ ਮੈਨੂੰ ਗਾਲਾਂ ਕੱਢੀਆਂ ਨੇ। ਕਿੱਡਾ ਤੂੰ ਗਾਲਮ ਬਲੋਚ ਨਹੀਂ ਦੇਤਾ ਨਾ, ਕਜ਼ਾਬ ਹੈ, ਦਜਾਲ ਹੈ, ਕੰਮ ਕਰਤਾ ਹੈ। ਉਹ ਤੈਨੂੰ ਕਿਹੜੀ ਦਿੱਤੀ ਹੈ? ਤੂੰ ਆਪਣੀ ਉੱਥੇ ਗੱਲ ਕੀਤੀ ਹੈ ਕਿ ਮੈਨੂੰ ਦਿੱਤੀਆਂ ਨੇ। ਹਾਂ ਤੇ ਉਸ ਤੁਹਾਡੇ ਰਿਸ਼ਤੇਦਾਰ ਨੇ ਸਾਕੀ ਨੇ ਗਾਲਾਂ ਨਹੀਂ ਦਿੱਤੀਆਂ ਉਸ ਦਿਨ, ਉਹਦਾ ਨਾਂ ਕਿਉਂ ਨਹੀਂ ਲੈ ਰਿਹਾ ਤੂੰ? ਕਿਹੜੇ ਸਾਕੀ ਨੇ? ਸਾਕੀ ਨੇ ਤੈਨੂੰ ਗਾਲਾਂ, ਸਾਕੀ ਤੇ ਬੋਲੀ ਨਹੀਂ ਉਸ ਦਿਨ ਆਇਆ ਸੀ ਆਈਡੀ ਬਦਲ ਕੇ, ਉਹ ਸਾਕੀ ਤੇ ਬੋਲੀ ਨਹੀਂ। ਹਾਲਾ ਤੂੰ ਪੜ ਕਲਮਾ, ਸਾਕੀ ਬੋਲਿਆ ਨਹੀਂ। ਜੋ ਇਲਜ਼ਾਮ ਲਗਾਏਗਾ ਮੈਂ ਐਕਸੈਪਟ ਕਰਾਂਗਾ, ਜਿਹੜਾ ਤੈਨੂੰ ਤੂੰ ਮੈਨੂੰ ਜੁਰਮਾਨਾ ਸਾਕੀ ਕੌਣ ਹੈ ਪਹਿਲੇ ਇਹ ਦੱਸ? ਸਾਕੀ ਹੈ ਕੌਣ ਹੈ? ਸਾਕੀ ਹੈ ਕੌਣ ਹੈ? ਸਾਕੀ ਤੇਰਾ ਹੀ ਕੋਈ ਰਿਸ਼ਤੇਦਾਰ ਹੋਏਗਾ, ਤੇਰੇ ਘਰ ਹੀ ਆਂਦਾ ਜਾਂਦਾ ਹੋਏਗਾ। ਮੇਰਾ ਰਿਸ਼ਤੇਦਾਰ ਨਾ ਬਣਾ, ਫਿਰ ਮੈਂ ਤੇਰੀ ਅੰਮਾ ਦਾ ਖਸਮ ਬਣਾਇਆ ਨਾ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੂੰ, ਤੈਨੂੰ ਦਰਦ ਹੋਣਾ ਹੈ। ਤੂੰ ਸਾਕੀ ਨੂੰ ਆਪਣੀ ਭੈਣ ਦਾ ਯਾਰ ਬਣਾ ਲੈ, ਮੈਨੂੰ ਕੋਈ ਇਤਰਾਜ਼ ਨਹੀਂ। ਬਕਵਾਸ ਕਰ ਜਾ, ਹੁਣ ਸ਼ੁਰੂ ਹੋ ਜਾ। ਹੁਣ ਸ਼ੁਰੂ ਕੀਤੀ ਹੈ ਨਾ ਆਪਣੀ ਗਾਲ ਕੱਢੀ ਹੈ ਨਾ, ਹੁਣ ਸ਼ੁਰੂ ਹੋ ਜਾ। ਪਹਿਲੇ ਇਹ ਵੀ ਬਕਵਾਸ ਕਰਿਆ ਕਰਨਾ ਕਿ ਪਹਿਲੇ ਗਾਲ ਅਸੀਂ ਦਿੰਦੇ ਆ, ਇਹ ਵੀ ਦੱਸਿਆ ਕਰੋ, ਸੱਚੀ ਗੱਲ ਕਰਿਆ ਕਰੋ। ਮਿਰਜ਼ਾ ਸਾਹਿਬ ਦੀ ਤਾਲੀਮ ਨਾ ਪੇਸ਼ ਕਰੋ ਪਲੀਜ਼। ਇਹ ਆਪਣੇ ਪੇਰੈਂਟਸ ਦੀ ਤਾਲੀਮ ਪੇਸ਼ ਕਰ ਰਿਹਾ। ਕੋਈ ਗਾਲਾਂ ਉਹਨੇ ਤੁਹਾਨੂੰ ਆਖਿਆ ਤੂੰ ਗਾਲ ਕੇ ਗਾਲ ਕੱਢੀ ਅੱਬ ਸਾਹਿਬ, ਤੂੰ ਗੱਲ ਕੀਤੀ ਦੁਨੀਆ ਤੋਂ ਭਗਾਇਆ, ਉਹ ਗਾਲੀ ਦਿੰਦਾ। ਜ਼ੁਰੀਅਤੁਲ ਬਗਾਇਆ ਗਾਲ ਹੈ ਨਾ ਕਿ ਤੈਨੂੰ ਗਾਲ ਨਹੀਂ, ਜਿਹੜਾ ਜ਼ੁਰੀਅਤੁਲ ਬਗਾਇਆ ਹੁੰਦਾ ਹੈ ਨਾ, ਜਿਹੜਾ ਗਲਤ ਔਰਤ ਦਾ ਬੱਚਾ ਉਹ ਗਾਲਮ ਦਿੰਦਾ ਤੇ ਦੂਸਰੇ ਨੂੰ ਇਨਸਲਟ ਕਰਦਾ, ਘਰ ਆਏ ਬੰਦੇ ਨੂੰ ਉਹਨੇ ਨਾ ਗਾਲ ਦਿੱਤੀ, ਦਿੰਦਾ। ਇਹ ਉਹਨੇ ਨਾ ਗਾਲ ਕੱਢੀ ਤੇ ਜ਼ੁਰੀਅਤੁਲ ਬਗਾਇਆ। ਮਿਰਜ਼ਾ ਸਾਹਿਬ ਗਾਲਾਂ ਕੱਢਦੇ ਰਹੇ ਨੇ, ਮਿਰਜ਼ਾ ਗਲਤ ਔਰਤ ਦੇ ਬੱਚੇ ਸੜ ਫਿਰ। ਨਹੀਂ ਮਿਰਜ਼ਾ ਸਾਹਿਬ ਨੇ ਗਾਲਾਂ ਦਿੱਤੀਆਂ ਨੇ ਨਹੀਂ ਦਿੱਤੀਆਂ ਨੇ, ਮੈਨੂੰ ਇਸ ਚੀਜ਼ ਦਾ ਕੋਈ ਇਲਮ ਨਹੀਂ ਹੈ। ਨਹੀਂ ਇਲਮ ਕਦੋਂ ਤੱਕ ਹੋ ਤੈਨੂੰ ਜਾਏਗਾ? ਇਹਦੇ ਨਾਲ ਕੋਈ ਦਖਲ ਨਹੀਂ, ਇਲਮ ਨਹੀਂ ਤੇ ਸਾਡੇ ਤੇ ਕਿਉਂ ਇਲਜ਼ਾਮਬਾਜ਼ੀ ਕਰਨਾ ਹੈ? ਉਹ ਕਜ਼ਾਬਾ ਦਜਾਲਾ ਸਾਡੇ ਤੇ ਕਿਉਂ ਇਲਜ਼ਾਮਬਾਜ਼ੀ ਕਰਨਾ ਹੈ? ਕਜ਼ਾਬਾ ਤੂੰ ਹੁਣ ਗਾਲ ਦਿੱਤੀ ਹੈ ਨਹੀਂ ਦਿੱਤੀ? ਸਾਕੀ ਦੇ ਬਾਰੇ ਦੇਖ ਕੀ ਕਹੀ ਤੂੰ ਕਿਉਂ ਮੈਨੂੰ ਕਿਹਾ ਸਾਕੀ ਤੇਰਾ ਰਿਸ਼ਤੇਦਾਰ ਹੈ? ਕਹੀਏ ਤਾਂ ਤੂੰ कहना ਗਾਲਾਂ ਦੇ ਰਿਹਾ ਹੈ, ਆਪੇ ਵੀ ਐਕਸੈਪਟ। ਤੂੰ ਮੈਨੂੰ ਕਿਉਂ ਕਿਹਾ? ਪਹਿਲੇ ਤੂੰ ਸਾਕੀ ਤੇ ਇਲਜ਼ਾਮ ਲਾਇਆ ਕਿ ਸਾਕੀ ਨੇ ਮਿਰਜ਼ਾ ਸਾਹਿਬ ਨੂੰ ਗਾਲਾਂ ਕੱਢੀਆਂ। ਉਹ ਸਾਕੀ ਤੇ ਹੈ ਹੀ ਐਮਦੀ, ਉਹਨੇ ਕਿ ਤੂੰ ਮਿਰਜ਼ਾ ਸਾਹਿਬ ਨੂੰ ਗਾਲਾਂ ਕੱਢੀਆਂ ਨੇ ਸਾਕੀ ਨੇ, ਤੈਨੂੰ ਅੱਛੀ ਤਰ੍ਹਾਂ ਪਤਾ ਹੈ। ਸਾਕੀ ਨੇ ਤੈਨੂੰ ਵੀ ਨਹੀਂ ਗਾਲਾਂ ਕੱਢੀਆਂ, ਸਾਕੀ ਨੇ ਤੇ ਮਾਈਕ ਹੀ ਨਹੀਂ ਪਟਿਆ ਉਸ ਦਿਹਾੜੇ। उसने माइक बंद करके दूसरी आईडी तो आके गाला कढ़िया ने, तू पढ़ कर कोई दूसरी फिर कज़ाबा कज़ाबा दजाला फिर बकवास करी जाना। तेनू इस गल ते गुस्सा आंदा है कि मैं ताड़े खिलाफ तुहानू एक्सपोज क्यों करदा हूं? तू साडे खिलाफ की करना है? तू साडे खिलाफ की कर सकना है? तेरी औकात की है? तेरी औकात की है? तू की कर ले आगे की कर ले? तेरी औकात है? तेरे नाल मेरी तू ओते मियां दे मुंह च पाए हुंदे नहीं,
ਤੂੰ ਕੀ ਕਰ ਲਿਆ ਮੀਆਂ ਨੇ ਕੀ ਸਾਡਾ ਵਿਗਾੜ ਲਿਆ ਤੂੰ ਕੀ ਵਿਗਾੜ ਲਿਆ ਉਰਦੂ ਚ ਉਹਨਾਂ ਨੂੰ ਕਵਿਤਾ ਫੌਤਲ ਕਲਬੀ ਅਬਦੁੱਲਾ ਤੂੰ ਸਾਕੀ ਨੂੰ ਘਰ ਆ ਕੇ ਬਾਂਦਾ ਆਪਣੇ ਘਰ ਵਿੱਚ ਕਿਸੇ ਨੂੰ ਮੀਏ ਕੋਲ ਬਹਿ ਕੇ ਤੂੰ ਲੱਗਿਆ ਨਾ ਬਕਵਾਸ ਕਰਨ ਉੱਤੇ ਝੂਠ ਬੋਲਣ ਦਜਲ ਕਰਨ ਕਿ ਮੈਨੂੰ ਆਂਦੇ ਨੇ ਕਿ ਮਿਰਜ਼ੇ ਨੂੰ ਗਾਲਾਂ ਕੱਢੋ ਤੇ ਮੈਂ ਨਹੀਂ ਕੱਢੀਆਂ ਤੇ ਤੂੰ ਕੀ ਸਾਡਾ ਪੱਟ ਲਿਆ ਦੇਖਿਆ ਤੁਹਾਨੂੰ ਕਿਸ ਤਰ੍ਹਾਂ ਮਿਰਚੀ ਲੱਗੀ ਹੈ ਇਹ ਤੂੰ ਉਸ ਗੱਲ ਦਾ ਦੱਸ ਨਾ ਕੀ ਸਬੂਤ ਦਿੱਤਾ ਤੂੰ ਕਜ਼ਾਬ ਤੇ ਦਜਾਲ ਹੈ ਕੀ ਬੰਦ ਹੋ ਗਈ ਤੂੰ ਕਜ਼ਾਬ ਤੇ ਦਜਾਲ ਬੋਲਣ ਦਾ ਮੈਂ ਚੁੱਪ ਹੋ ਗਿਆ ਤੂੰ ਕਜ਼ਾਬ ਤੇ ਦਜਾਲ ਹੈ ਤੂੰ ਦਜਾਲ ਹੈ ਤੇਰੇ ਕਹਿਣ ਦਾ ਦਜਾਲ ਹੈ ਜਾਂ ਤੇਰੇ ਕਹਿਣ ਦਾ ਕੀ ਫਰਕ ਹੋਏਗਾ ਤੂੰ ਦਜਾਲ ਹੈ ਤੇ ਕਜ਼ਾਬ ਹੈ ਤੇ ਮਿਰਜ਼ਾ ਦਾ ਪੈਰੋਕਾਰ ਦਜਾਲ ਹੈ ਹਰ ਘਰ ਦੇ ਹਾਲਾਤ ਦੇਖ ਪਹਿਲੇ ਆਪਣੇ ਘਰ ਦੇ ਹਾਲਾਤ ਠੀਕ ਕਰ ਪਹਿਲੇ ਆਪਣੇ ਘਰ ਦੀ ਇੱਜ਼ਤ ਤੇ ਬਣਾ ਤੂੰ ਸਾਕੀ ਜੀ ਬੰਦੇ ਆ ਕੇ ਤੇਰੇ ਘਰ ਵਿੱਚ ਮੈਂ ਅੱਗੇ ਕੁਝ ਨਹੀਂ ਕਹਿਣਾ ਚਾਹ ਰਿਹਾ ਇਹੋ ਜਿਹੀਆਂ ਗੰਦੀਆਂ ਗੱਲਾਂ ਕਰੇਂਗਾ ਤੇ ਅੱਗੋਂ ਫਿਰ ਉਹ ਵੀ ਤੇਰੇ ਨਾਲ ਇੰਜ ਦਾ ਹੀ ਜਵਾਬ ਅੱਗੋਂ ਦੇਗਾ ਨਾ ਫਿਰ ਨਹੀਂ ਇਹ ਤਾਂ ਗਾਲੀ ਦੇ ਕੇ ਉਹ ਫਿਰ ਜ਼ਰੂਰਤ ਬਗਾਇਆ ਦੇਖ ਲਓ ਨਾਦਰ ਸਾਹਿਬ ਮਿਰਜ਼ਾ ਸਾਹਿਬ ਦੀ ਬਿਸਤੀ ਕਰਾਉਂਦਾ ਯੂਸਫੀ ਨੇ ਇਹਨੂੰ ਇੱਕ ਗਾਲ ਵੀ ਨਹੀਂ ਕੱਢੀ ਇਸ ਬੇਗੈਰਤ ਨੂੰ ਇਸ ਮਲੂਨ ਨੂੰ ਇਸ ਕਜ਼ਾਬ ਨੂੰ ਇਸ ਦਜਾਲ ਨੂੰ ਯੂਸਫੀ ਤਾਂ ਗੱਲ ਕੱਢਦਾ ਹੀ ਨਹੀਂ ਕਿਸੇ ਨੂੰ ਵੀ ਨਹੀਂ ਕੱਢਦਾ ਯੂਸਫੀ ਉਹਨੂੰ ਜਾ ਕੇ ਉੱਥੇ ਡਾਇਰੈਕਟ ਕਹਿ ਰਿਹਾ ਕਿ ਮੈਨੂੰ ਹੁਣ ਥੋੜੀ ਦੇਰ ਪਹਿਲੇ ਯੂਸਫੀ ਨੇ ਗਾਲਾਂ ਕੱਢੀਆਂ ਨੇ ਹੈ ਆਮਰ ਭਾਈ ਵੀ ਗਾਲਾਂ ਕੱਢਦੇ ਨੇ ਮਲਕ ਕੈਸਰ ਵੀ ਗਾਲਾਂ ਕੱਢਦਾ ਤੂੰ ਵੀ ਗਾਲਾਂ ਕੱਢਣਾ ਸ਼ਾਮੀ ਪੁੱਜੇ ਹੁੰਦੇ ਉੱਤੇ ਮੀਆਂ ਦੀ ਲਾਈਫ ਤੇ ਮਿਰਜ਼ਾ ਸਾਹਿਬ ਨੇ ਦਜਾਲ ਹੈ ਆਦਮੀ ਉਹ ਤੇ ਰਾਤੀ ਮੀਆਂ ਦੀ ਲਾਈਫ ਤੇ ਪਹੁੰਚਿਆ ਤੇ ਉੱਥੇ ਆਂਦੇ ਉਹ ਮੈਨੂੰ ਆਂਦੇ ਨੇ ਕਿ ਮਿਰਜ਼ਾ ਕਾਦੀਆਨੀ ਤੇ ਲਾਂਤਾ ਪਾਓ ਮਿਰਜ਼ਾ ਕਾਦੀਆਨੀ ਨੂੰ ਗਾਲਾਂ ਕੱਢੋ ਦੇਖੋ ਨਾਦਰ ਸਾਹਿਬ ਕੀ ਵੀ ਕਹਿੰਦੇ ਨੇ ਇਹਨੂੰ ਆਬਦ ਨੂੰ ਕਹਿੰਦੇ ਮੈਨੇ ਗਾਲਾਂ ਨਾ ਪਵਾ ਮਿਰਜ਼ੇ ਨੂੰ ਵੇਖ ਲਓ ਅਸੀਂ ਕਿਸ ਵੇਲੇ ਤੈਨੂੰ ਕਿਹਾ ਕਿ ਮਿਰਜ਼ਾ ਨੂੰ ਗਾਲਾਂ ਕੱਢ ਇੱਕ ਵੀਡੀਓ ਵੀ ਸਾਡੀ ਲਿਆ ਕੇ ਦਿਖਾ ਦੇ ਯਾਰ ਉਸ ਯੂਸਫੀ ਦੀ ਲਿਆ ਦੇ ਮਲਕ ਕੈਸਰ ਦੀ ਲਿਆ ਦੇ ਆਮਰ ਭਾਈ ਦੀ ਲਿਆ ਦੇ ਮੇਰੀ ਲਿਆ ਦੇ ਅਸੀਂ ਤੈਨੂੰ ਕਿਹਾ ਮਿਰਜ਼ੇ ਨੂੰ ਜਾ ਕੇ ਗਾਲਾਂ ਕੱਢ ਜਾਂ ਇੱਥੇ ਮਿਰਜ਼ੇ ਨੂੰ ਗਾਲਾਂ ਕੱਢ ਸਭ ਔਰਤਾਂ ਨੂੰ ਵੀ ਗਾਲਾਂ ਕੱਢਦੇ ਸਨ ਦਜਾਲ ਹੈ ਐਡਾ ਤੂੰ ਦਜਾਲ ਤੇ ਕਜ਼ਾਬ ਹੈ ਦੇਖ ਤੂੰ ਅੱਗੇ ਕੀ ਬਕਵਾਸ ਕੀਤਾ ਸਾਕੀ ਦੇ ਬਾਰੇ ਚ ਇਹ ਗੱਲ ਮੈਂ ਤੂੰ ਇੱਕ ਵੀਡੀਓ ਲਾ ਉਹ ਸਾਕੀ ਵੀ ਆ ਜਾਂਦਾ ਉਹ ਸੁੱਤੇ ਹੈ ਸਾਕੀ ਵੀ ਆ ਜਾਂਦਾ ਜਾਇਲ ਇਨਸਾਨ ਉਹਨੂੰ ਭੈਣ ਪੇਸ਼ ਕਰਨੀ ਉਹਨੂੰ ਕਰ ਲਈ ਸਾਕੀ ਬੋਲਿਆ ਕੋਈ ਵੀਡੀਓ ਇਹਨਾਂ ਕੋਲ ਤੂੰ ਗਾਲਾਂ ਦੇ ਰਿਹਾ ਤੂੰ ਮੈਨੂੰ ਗਾਲਾਂ ਦੇ ਰਿਹਾ ਲਾਈ ਸਭ ਦੇ ਸਾਹਮਣੇ ਬਾਬਰ ਭਾਈ ਤੁਹਾਡੇ ਕੋਲ ਵੀਡੀਓ ਹੈ ਸੁਣਾਓ ਅੱਛਾ ਪੂਰੀ ਗੱਲ ਵੀ ਤੇ ਅੱਗੇ ਰਿਕਾਰਡ ਕਰਨੀ ਸੀ ਨਾ ਮੈਂ ਕਿਹਾ ਸੀ ਕਿ ਤੁਸੀਂ ਕਿਹੜੀ ਗੱਲ ਕਹਿਣੀ ਹੈ ਕੀ ਸਾਬਤ ਕਰਨਾ ਆਪਣੀ ਸਫਾਈ 'ਚ ਕੀ ਕਹਿਣਾ ਤਾਂ ਮੈਂ 600 ਯੂਰੋ ਦਵਾਂਗਾ ਨਹੀਂ ਤੁਸੀਂ ਇਹ ਜਿਹੜਾ ਇਹ ਤੇ ਤੁਹਾਡਾ ਦਜਲ ਹੈ ਇਹ ਤੇ ਤੁਸੀਂ ਝੂਠ ਬੋਲਦੇ ਹੋ ਨਾ ਬੇਈਮਾਨੀ ਕਰਦੇ ਹੋ ਮੈਂ ਕਿਹਾ ਸੀ ਕਿ ਆਮਰ ਨਜ਼ੀਰ ਸਾਹਿਬ ਦੇ ਉੱਤੇ ਇੱਕ ਇਲਜ਼ਾਮ ਲੱਗ ਰਿਹਾ ਹੈ ਆਮਰ ਨਜ਼ੀਰ ਸਾਹਿਬ ਨਹੀਂ ਮੈਂ ਅਮਨ ਨਜ਼ੀਰ ਨੂੰ ਕਦੀ ਵੀ ਗਾਲਾਂ ਨਹੀਂ ਕੱਢੀਆਂ ਅਗਰ ਅਮਨ ਨਜ਼ੀਰ ਸਾਹਿਬ ਕਵਰ ਮੈਂ ਇਹਨਾਂ ਨੂੰ ਗਾਲਾਂ ਕੱਢੀਆਂ ਨੇ ਤਾਂ ਮੈਂ ਇੱਥੇ ਸਭ ਬੰਦਿਆਂ ਦੇ ਸਾਹਮਣੇ ਇਹਨਾਂ ਕੋਲ ਮਾਫੀ ਮੰਗ ਲਿਆਂਗਾ
ਉਹ ਕਜ਼ਾਬਾ ਤੂੰ ਕਿਤਨੀ ਵਾਰੀ ਆਮਰ ਤੂੰ ਭਾਈ ਤਾਂ ਨੂੰ ਗਾਲਾਂ ਚੁੱਪ ਕਰ ਕੱਢੀਆਂ ਜਾ ਨੇ ਮਰਜ਼ੀਆਂ ਦੀ ਇਨਸਾਨ ਬਰਾੜ ਤੂੰ ਦੇ ਅਬਦੁੱਲਾ ਬਹਿ ਹੈ ਤੂੰ ਕਿਦਾ ਹੈ ਮਤਲਬ ਤੂੰ ਅੱਲਾ ਦਾ ਬੰਦਾ ਹੈ ਕਿ ਤੂੰ ਮੈਨੂੰ ਤਾਂ ਨਹੀਂ ਲੱਗਦਾ ਤੂੰ ਅੱਲਾ ਦਾ ਬੰਦਾ ਹੈ ਤੂੰ ਤੇ ਮੈਨੂੰ ਕੋਈ ਹੋਰ ਵਾਲੀ ਮਖਲੂਕ रो ਲੱਗ ਰਿਹਾ साहब तवील करो नहीं, तवील ना तवील जायज। करो अपने बयान दी। ਮੈਂ ਇਹ ਕਹਿ ਰਿਹਾ ਸੀ ਕਿ ਆਮਨ ਨਜ਼ੀਰ ਸਾਹਿਬ ਦੇ ਉੱਤੇ ਜਿਹੜਾ ਇਲਜ਼ਾਮ ਲੱਗਾ ਹੈ ਤੇ ਮੈਂ ਤਾਂ ਇਹਨਾਂ ਨੂੰ ਇਸ ਤਰ੍ਹਾਂ ਦਾ ਬੰਦਾ ਨਹੀਂ ਸਮਝਦਾ ਤੇ ਲਿਹਾਜ਼ਾ ਮੈਂ ਤੇ ਇਹਨਾਂ ਨੂੰ ਇਹੀ ਕਹਿਣਾ ਚਾਹਣਾ ਕਿ ਆਪਣੀ ਸਫਾਈ ਵਿੱਚ ਬੋਲ ਦੇਣ ਤੇ ਉਸ ਦਿਨ ਮੈਂ ਇਹਨਾਂ ਦੀ ਬਰੋਡ ਤੇ ਆ ਕੇ ਪੁੱਛਿਆ ਸੀ ਤੇ 15 ਮਿੰਟ ਮੇਰੀ ਇਹਨਾਂ ਨਾਲ ਬੜੀ ਅੱਛੀ ਗੱਲ ਹੁੰਦੀ ਰਹੀ ਹੈ ਤੇ ਐਂਡ ਤੇ ਆ ਕੇ 15 ਮਿੰਟ ਤੱਕ ਮੈਂ ਇਹੀ ਸਮਝਦਾ ਰਿਹਾ ਕਿ ਇਹ ਜਿਹੜਾ ਨਾ ਬੜੇ ਅੱਛੇ ਇਨਸਾਨ ਰਹੇ ਨੇ ਪਾਸਟ ਵਿੱਚ ਮਾਜ਼ੀ ਇਹਨਾਂ ਦਾ ਅੱਛਾ ਗੁਜ਼ਰਿਆ ਇਹਨਾਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਇਹਨਾਂ ਦਾ ਇਲਜ਼ਾਮ ਲੱਗ ਰਿਹਾ ਲੇਕਿਨ ਐਂਡ ਤੇ ਇਹਨਾਂ ਨੇ ਆ ਕੇ ਸਾਰੀ ਗੱਲ ਜਿਹੜਾ ਨਾ ਖੂਚ ਪਾ ਦਿੱਤੀ ਇਹਨਾਂ ਨੇ ਵੀ ਮੈਨੂੰ ਬੁਰਾ ਭਲਾ ਕਿਹਾ ਤੇ ਮੈਨੂੰ ਕਹਿੰਦੇ ਤੂੰ ਬੇਹਯਾ ਹੈ ਗਲੀਜ਼ ਹੈ ਤੂੰ ਇਹ ਗੱਲ ਮੇਰੇ ਨਾਲ ਕਿਉਂ ਕੀਤੀ ਹੈ ਪਹਿਲੇ 15 ਮਿੰਟ ਠੀਕ ਰਹੇ ਨੇ ਤਾਂ ਮੈਂ ਕਿਹਾ ਦੇਖੋ ਅਮਨ ਨਜ਼ੀਰ ਸਾਹਿਬ ਮੈਂ ਵੀ ਹੁਣ ਜਿਹੜਾ ਨਾ ਥੋੜਾ ਡਾਊਟ ਵਿੱਚ ਹੋ ਗਿਆ ਤੇ ਮੈਨੂੰ ਵੀ ਸ਼ੱਕ ਹੋ ਗਿਆ ਤੇ ਮੈਨੂੰ ਦਾਲ ਵਿੱਚ ਥੋੜਾ ਇਜਾਜ਼ਤ ਦੇਣਾ ਗੱਲ ਕਰਨ ਦੀ ਇਸ ਤੋਂ ਬਾਅਦ ਤੇ ਇਸ ਤੋਂ ਬਾਅਦ ਤੁਸੀਂ ਇਜਾਜ਼ਤ please ਦਿਓ। ਇਸ ਗੱਲ ਦੀ ਸਫਾਈ दे दो तो मैं 600 यूरो इस तरह किया सी कि आमन नजरीर साहब ब्रॉड्स पे जाए उन पे अपनी सफाई दे दें और 600 यूरो मैं दे दूंगा ਇਜਾਜ਼ਤ ਹੈ ਮੈਨੂੰ ਗੱਲ ਕਰਨ ਦੀ जी ਮੈਂ ਨਾ ਹੁਣ ਤੁਹਾਡੇ ਤੇ ਇੱਕ ਇਲਜ਼ਾਮ ਲਾਉਣ ਲੱਗਾ ਤੇ ਤੁਸੀਂ ਪ੍ਰੂਫ ਕਰਨਾ ਉਹ ਇਲਜ਼ਾਮ ਤੁਹਾਡੇ ਵਿੱਚ ਨਹੀਂ ਹੈ ਮੈਨੂੰ ਇਹ ਵੀ ਪਤਾ ਤੁਸੀਂ ਜੇਲਮ ਦੇ ਔਰ ਜੇਲਮ ਕਿਹੜੀ ਜਗ੍ਹਾ ਤੇ ਹੋ ਮੇਰੀ ਗੱਲ ਸੁਣੋ ਨਾ ਮੇਰੀ ਗੱਲ ਤੇ ਸੁਣੋ ਨਾ ਮੇਰੀ ਗੱਲ ਤੇ ਸੁਣੋ नहीं नहीं ਅੱਛਾ ਹੁਣ ਮੇਰੀ ਗੱਲ ਤੇ ਸੁਣੋ ਨਾ ਤਪਦੇ ਕਿਉਂ ਤੇ ਆਵਤ ਸਾਹਿਬ ਤਪੋ ਨਾ गल ते सुनो ना ਮੇਰੀ गल ते ਗੱਲ सुनो ਸੁਣੋ ना ਤਪੋ ਨਾ वो इल्जाम ਤੁਹਾਡੇ ਤੇ ਲੱਗੇ ਹੈ ਲੇਕਿਨ ਮੈਂ اخلاق ਦੇ ਦਾਇਰੇ 'ਚ ਰਹਿ ਕੇ ਉਹ ਗੱਲ ਇਲਜ਼ਾਮ ਮੈਂ ਤੁਹਾਡੇ ਤੇ ਨਹੀਂ ਲਾਣਾ ਚਾਹਣਾ ਇਹ ਤਾਂ ਤੁਸੀਂ ਆਪਣੇ ਕੋਲੋਂ ਕ੍ਰੀਏਟ ਕਰਕੇ ਲਾ ਰਹੇ ਅਮਨ ਨਜ਼ੀਰ ਸਾਹਿਬ ਦੇ ਉੱਤੇ ਜਿਹੜਾ ਇਲਜ਼ਾਮ ਲੱਗਾ ਇੱਕ ਬੰਦੇ ਨੇ ਨਹੀਂ ਲਾਇਆ ਸੈਂਕੜਿਆਂ ਬੰਦਿਆਂ ਨੇ ਲਾਇਆ 100 ਤੋਂ ਜ਼ਿਆਦਾ ਹਾਂ ਚਲੋ ਮੈਂ ਤੇ 20 ਬੰਦੇ ਇਕੱਠੇ ਕਰ ਲੈਣਾ ਮੈਂ ਤੇ ਇਲਜ਼ਾਮ ਦੁਹਰਾਨਾ 20 ਦੇ 20 ਨਾ ਸੇਮ ਬੋਲਣ ਤੇ ਮੈਂ ਜੁਰਮ ਦਾ ਜਿੰਨੇ 38 ਬੰਦੇ ਬੈਠੇ ਨੇ ਇਹਨਾਂ ਵਿੱਚ ਤੁਹਾਡੇ ਤੇ ਵੀ ਤਕਰੀਬਨ ਲੱਗ ਰਿਹਾ ਨਾ ਪਹਿਲੇ ਤੁਸੀਂ ਉਹ ਇਲਜ਼ਾਮ ਖੁਦ ਸਾਬਤ ਕਰੋ ਨਾ ਸੇਮ ਚੀਜ਼ ਮੈਂ ਤੇਰੇ ਕਰ ਰਿਹਾ ਇੱਕ ਚੀਜ਼ ਵੀ ਅਲੱਗ ਨਹੀਂ ਹੈ देखो यार, मैं एक मैं चीज एक बंदे थे नहीं है। इल्जाम ला रहा कि इस बंदे हाँ, ने बच्चा, नमाज नहीं हाँ। पढ़ता ना दाढ़ी रखी हुई है अच्छा मैंने बच्चा चाहिए था ना कि मैं खुद पहले नमाज पढ़ा अपनी हाँ, सफाई बच्चा, बयान करा फिर हाँ, दूसरे ते बच्चा। इल्जाम ला ਆਬਦ ਸਾਹਿਬ मुस्लिम ਸੇਮ साहब दी वही गल करन लगे हो वो वाली गल ना यार ਓਏ 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 ਨਾ, ਓਏ ਨਾ। ਜਿਹੜੀ ਮੇਰੇ ਕੋਲ ਪਹੁੰਚੀ ਹੈ ਨਹੀਂ ਇਹ ਤੂੰ ਮੁਸਲਮ यार ਸਾਹਿਬ रहन ਆਬਦ दे, ਸਾਹਿਬ इन्हां दा ते जमात दा काम ही है वे आते दे नहीं करना इंदा ਆਬਦ ਸਾਹਿਬ ਸੇਮ ਅਸੂਲ ਬਣਿਆ ਠੀਕ ਹੈ ਸੇਮ ਅਸੂਲ ਇੱਕ ਚੀਜ਼ ਵੀ ਅਰਾਂ ਵਰਾ ਨਹੀਂ ਹੈ ਜਿਹੜੀ ਤੁਸੀਂ ਗੱਲ ਕੀਤੀ ਸੇਮ ਹੀ ਇਹੀ ਚੀਜ਼ ਹੋਏਗੀ ਮੈਂ ਸੇਮ ਇਲਜ਼ਾਮ ਲਾਉਣ ਲੱਗਾ ਹਾਂ ਤੁਹਾਡੇ ਤੇ ਤੁਸੀਂ ਪ੍ਰੂਫ ਕਰਕੇ ਸਾਬਤ ਕਰਕੇ ਦੇਣਾ ਕਿ ਤੁਸੀਂ ਉਹਦੇ ਚ ਬਰੀ ਹੋ ਠੀਕ ਹੈ ਜਿਹੜਾ 600 ਯੂਰੋ ਤੁਸੀਂ ਸਾਨੂੰ ਦੇਣਾ ਨਾ ਉਹ ਅਸੀਂ ਤੁਹਾਨੂੰ ਮਾਫ ਕੀਤਾ ਚਲੋ ਲਾਵਾਂ ਇਲਜ਼ਾਮ ਸੇਮ ਬੋਲਣ ਦੇ ਇੱਕ ਲਫ਼ਜ਼ ਵੀ ਉਰਾ ਬਰਾ ਨਹੀਂ ਹੋਏਗਾ ਜਿੰਨੇ ਬੰਦੇ ਬੈਠੇ ਨੇ 40 ਬੰਦੇ ਸੁਣਨੇ ਨੇ ਵਿੱਚੋਂ 35 ਸਾਡੇ ਹੋਣ रहन दे यारो की कर दे पे ਯਾਰ ਫਿਰ ਮੈਨੇ ਠੀਕ ਕੋਈ पता ਨਹੀਂ मनो ਹੁੰਦਾ यार ਲਓ रहन दो ਨਾ ਨਾ ਅਜੇ ਨਹੀਂ ਕਰਾਂਗਾ ਤੂੰ ਮੁਸਲਮ ਸਾਹਿਬ ਸੇਮ ਅਸੂਲ ਜੇ ਇੱਕ ਵੀ ਉਰਾ ਬਰਾ ਨਹੀਂ ਜੇ ਯਾਰ ਤੁਸੀਂ ਖੁਦ ਕਹਿ ਰਹੇ ਹੋ ਕਿ यार ਅਸੀਂ मैनू ਤੁਹਾਡੇ पता है उन्हां दी वो गल दा मैनू पता है ਇਹਦਾ रहन दो ਮਤਲਬ ਤੁਸੀਂ ਜਵਾਬੀ ਕਾਰਵਾਈ ਕਰ ਰਹੇ ਹੋ ਆਪਣੇ ਆਪ ਨੂੰ ਛੁਪਾਉਣ ਵਾਸਤੇ ਆਪਣਾ ਯਾਰ, ਇਲਜ਼ਾਮ ਹੈ ਜਿਹੜਾ ਉਹਨੂੰ ਮੇਰੀ ਗੱਲ ਸਾਈਡ ਤੇ ਸੁਣੋ। ਕਰਨ ਵਾਸਤੇ ਇੱਕ ਹੋਰ ਨਵੀਂ ਕ੍ਰੀਏਟ ਤੁਸੀਂ ਕਰ ਜੋ ਰਹੇ ਹੋ ਮਰਜ਼ੀ ਸਮਝੋ ਤੁਹਾਡੇ ਤੁਸੀਂ ਬਾਰੇ ਮੈਂ ਅਸੂਲ ਇਹ ਬਣੇ ਕਹਾਂਗਾ ਕਿ ਇੰਗਲਿਸ਼ ਦਾ ਇੱਕ ਅਸੂਲ ਮੋਟੋ ਹੈ when ਹਾਂ। they can't ਸੁਣੋ ਤਾਂ ਸਹੀ ਨਾ when they can't find anything wrong with you they will create it यानी कि जब आपके पास दूसरे में कोई गलती नजर नहीं होती तो आप गलती क्रिएट करते हो गलती बना के उसके ऊपर जबरदस्ती ठोंस देते हो ये आपका ਬਿਲਕੁਲ वतीरा है ऐसा ना करो यार। ਬਿਲकुल बिल्कुल आप खुद कह रहे बिल्कुल हो मैं आपके ਅੱਛਾ ऊपर ਇਹ इल्जाम ਉਧਰੋਂ लगा रहा हूँ ਤੁਸੀਂ ਅੱਛਾ ਹੁਣ ਮੇਰੀ ਗੱਲ ਸੁਣੋ ਉਧਰੋਂ ਤੁਹਾਡੇ ਕੋਲ ਕੀ ਪ੍ਰੂਫ ਹੈ ਜਿਹਨੇ ਇਲਜ਼ਾਮ ਲਾਇਆ ਹੈ ਆਮਰ ਭਾਈ ਨੇ ਆਮਰ ਭਾਈ ਤੇ ਯਾਨੀ ਕਿ ਜਿਹਨੇ ਕ੍ਰੀਏਟ ਕੀਤਾ ਇਲਜ਼ਾਮ ਠੀਕ ਹੈ ਉਹਨੂੰ ਕਹੋ ਕਿ ਪਹਿਲਾਂ ਮੁਤਾਸਰਾ ਸ਼ਖਸ ਸਾਹਮਣੇ ਲਿਆਏ ਜਿਹਦੇ ਨਾਲ ਜ਼ਿਆਦਤੀ ਹੋਈ ਹੈ ਠੀਕ ਹੈ ਮੁਤਾਸਰਾ ਸ਼ਖਸ ਸਾਹਮਣੇ ਲਿਆਏ ਮੈਂ ਤੁਹਾਡੇ ਨਾਲ ਖਲੋ ਕੇ ਅਮਨ ਨਜ਼ੀਰ ਦੇ ਖਿਲਾਫ ਨਾ ਬੋਲਣਾ ਤੇ ਆਖੀ ਆਪਣੇ ਪਿਓ ਦਾ ਨਹੀਂ ਸੀ ਚਲੋ ਜੇ ਤੂੰ ਆਪਣੇ ਪਿਓ ਮੈਂ ਹੁਣ ਮੈਂ ਗੱਲ ਕਰਨਾ ਮੈਂ ਆਪਣੇ ਬਾਰੇ ਵੀ ਕਿ ਪਾਕਿਸਤਾਨ ਵਿੱਚ ਜਿਹੜੇ ਬੰਦੇ ਯਾਰ ਗਰੀਬ ਫੇਰ ਉਹ ਵੀ ਹੁੰਦੇ ਗੱਲ ਨੇ ਉਹਨਾਂ ਦੀ ਗੱਲ ਦੀ ਅਮਨ ਭਾਈ ਸੁਣਵਾਈ ਮੇਰੀ ਕੋਈ ਨਹੀਂ ਗੱਲ ਹੁੰਦੀ, ਨਾ ਗਲਤ ਹੈ ਅਦਾਲਤਾਂ ਵਿੱਚ ਨਾ ਪਰਿਆ ਵਿੱਚ ਮੈਂ ਨਾ ਕੋਈ ਪੁਲਿਸ ਗਲਤ ਗੱਲ ਸਟੇਸ਼ਨ ਕੀਤੀ ਵਿੱਚ ਇਹ ਦੂਸਰੀ ਗੱਲ ਯਾਰ ਕੁਝ ਫੇਰ ਲੋਕ ਇੱਜ਼ਤਦਾਰ ਹੁੰਦੇ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ ਉਹ ਖਾਮੋਸ਼ ਹੋ ਜਾਣੇ ਕਹਿੰਦੇ ਨੇ ਜਿਹੜਾ ਸਾਡਾ ਨੁਕਸਾਨ ਹੋਇਆ ਸੀ ਉਹ ਤੇ ਹੋ ਗਿਆ ਤੇ ਮਜ਼ੀਦ ਅਸੀਂ ਆਪਣੀ ਇੱਜ਼ਤ ਨੂੰ ਉਛਾਲ ਕੇ ਕੀ ਮਿਲੇਗਾ ਤੇ ਹਾਂ ਤੀਸਰੀ ਗੱਲ ਇਹ ਜਿਹੜਾ ਜਿਹਨਾਂ ਮਤਲਬ ਬੱਚਿਆਂ ਨਾਲ ਇਸ ਤਰ੍ਹਾਂ ਦਾ ਜ਼ੁਲਮ ਕੀਤਾ ਯਾਰ ਹੁੰਦਾ ਅੱਜ ਦੇ ਮਾਹਿਰ ਇੱਕ ਨਹੀਂ ਨਫਸਿਆਤ ਚਲੋ ਕਹਿੰਦੇ ਨੇ ਕਿ ਇਸ ਚੀਜ਼ ਉਹਨਾਂ ਦਾ ਇਲਜ਼ਾਮ ਇਤਨਾ ਲਾਇਆ ਨੁਕਸਾਨ ਹੁੰਦਾ ਹੈ ਕਿ ਬੱਚੇ ਦੀ ਸਾਰੀ ਜ਼ਿੰਦਗੀ ਨੂੰ ਜਿਹੜਾ ਨਾ ਕਤਲ ਤੋਂ ਬੜਾ ਜੁਰਮ ਹੈ ਕਹਿੰਦੇ ਨੇ ਕਤਲ ਵਿੱਚ ਬੰਦਾ ਇੱਕ ਦਫਾ ਮਰ ਜਾਂਦਾ ਹੈ
लेकिन जिस बंदे आबद नाल साहब जिनसी ज्यादती असूल हुंदी है रखिया जे वो बंदा जले अपने असूल रखिया जे अरूज पर जवान होंदा है असूल ਇਹ ਗੱਲ ਦੀ ਵਜ੍ਹਾ ਨਾਲ ਉਹ ਹਰ ਰੋਜ਼ ਮਰਦਾ ਹੈ ਬਾਰ-ਬਾਰ ਮਰਨਾ माशाल्लाह ਪੈਂਦਾ ਹੈ ਉਹਨੂੰ ਜ਼ਿੰਦਗੀ ਭਰ बारह ਮਰਨਾ ਪੈਂਦਾ साढ़े ਹੈ छह ਜਿੱਥੇ फुट ਉਹਨੂੰ ਇਹ काट ਵਾਕਿਆ ਯਾਦ ਆ ਜਾਂਦਾ ਉਹਦੀ आबद ਜ਼ਹਿਨੀ साहब ਨਸ਼ੋਨਵਾਰ ਰੁਕ ਜਾਂਦੀ ਹੈ ਉਹ ਦੁਨੀਆ ਦੇ ਗਲਾਸ ਮਾਮਲਾਤ गल ਪਿੱਛੇ ਰਹਿ ਬਾਰ-ਬਾਰ ਜਾਂਦਾ ਹੈ ਰਜੂਲੀਅਤ ਕਰਦਾ ਸੀ ਉਹ ਗੱਲ ਕਰ ਰਹੇ ਹੋ। ह्यूमिनिटी एक ਇਹ सेकंड ਕੌਣ ਪਿੱਛੇ मैं ਬਿਠਾਇਆ तो ਜਾਹਿਲ ਜਿਹਾ मेरी गल सुनो उसूल तुसा बने ठीक है जिन्हें इल्जाम लाया है, सबूत उन्हें देने ने ठीक है अगर वो सबूत लैके सामने रख देंदा है, मैं तेन आखा मैं अपने प्यो का नहीं जी मैं अमन नजीर के खिलाफ ना बोलना मैं तुहाडे नाल हो के अमन नजीर के खिलाफ बोला ना ਨਹੀਂ ਉਹਨੇ ਸਬੂਤ डॉक्टर ਦਿੱਤਾ डेरिंग ਹੈ साहब ਉਹਨੇ आबद हवाला साहब ਦਿੱਤਾ एक ਇਹਦਾ मिनट ਕਿ ਇਹਦਾ ਇੱਕ ਆਬਦ ਹੁਸੈਨ ਸਾਹਿਬ ਨੇ हाँ एक सेकंड माइक म्यूट करो डॉक्टर डेरिंग साहब माइक खोलो अगर है सबूत ले आंदे ने ट्रू मुस्लिम साहब या मरजई तुसी अमन नजीर के खिलाफ बोलोगे ज़िया भाई खोलियो माइक ज़िया भाई माइक खोल दोबारा दसो की कह रहे हो? क्या अगर मरजई या ट्रू मुस्लिम साहब अमन नजीर के खिलाफ सबूत ले आंदे ने मुतासरा शख्स ले आंदे ने जिहदे नाल ज्यादती होई है तुसी मेरे नाल खलो के आबद दा साथ दोगे ट्रू मुस्लिम दा ट्रू मुस्लिम की कह रहे हैं कि वो कह रहा सबूत दियो मैं आख्या तुसी सबूत लैके आओ मुतासरा शख्स लैके आओ मैं तुहाडे नाल खलो के अमन नजीर के खिलाफ एहतजाज करा एहतजाज हाँ जी करा करा मैं भी नाल ही कर हाँ जी एक मिनट खलो ट्रू मुस्लिम साहब एक सेकंड रुक जाओ ना एक सेकंड रुक जाओ अब्दुल्ला माइक खोलो अब्दुल्ला अब्दुल्ला जी गल सुनी ट्रू मुस्लिम सबूत लैके आएगा मुतासरा शख्स ਨੂੰ ਲੈ ਕੇ ਆਏਗਾ ਯਾਰ ਕਿਉਂ ਜਿਹਦੇ ਨਾਲ ਐਵੇਂ ਜ਼ਿਆਦਤੀ ਲਫ਼ਜ਼ਾਂ ਦੀ ਜੁਗਾਲੀ ਇੱਕ ਲਫ਼ਜ਼ਾਂ ਮਿੰਟ ਦੀ ਖਲੋ ਜੁਗਾਲੀ ਨਾ ਕਰੋ सिर्फ एक शख्स ਉਹ आके ਛੱਡ ਦਿਓ मुतासरा ਯਾਰ शख्स जे मरजई निकले फिर ऐसा कोई नहीं एहतजाज करना क्योंकि उन्होंने तो आप आदत होंगी ਛੱਡ ਦਿਓ ਇਸ ਗੱਲਾਂ ਨੂੰ ਛੋੜੋ ਆਬਿਦ ਸਾਹਿਬ ਵੈਸੇ ਤੁਸੀਂ ਉਸ ਦਿਨ ਆ ਕੇ ਨਾ ਸਾਡੀ ਬਰਾੜ ਉੱਤੇ ਬਹੁਤ ਗੰਦੀਆਂ ਗੰਦੀਆਂ ਗਾਲਾਂ ਦਿੱਤੀਆਂ ਮੇ ਵੀ ਤੁਸੀਂ ਆਪਣੇ ਹੋਸ਼ੋ ਹਵਾਸ ਵਿੱਚ ਨਾ ਹੋ ਤੇ छोड़ दो यार छोड़ दो उस दिन छोड़ दो यार अपना आबद साहब ओ आबद अच्छा साहब जी बोलो कैसे आबद साहब साहब हम आपको हमें कौन सी ऐसी बात नजर आती है कौन सा ऐसा हमारा नहीं फेल है आप जो में कुरान जो और हदीस के सबसे खिलाफ गलत है बात है जो मुझे नापसंद लगती है वो है जी आपके अखलाक नहीं अच्छे और आपके अखलाक क्यों नहीं अच्छे आप ऊपर बुलाकर एक बंदा आपकी इज्जत के साथ आता है गेस्ट बनता है आपसे अच्छे अखलाक में अदब के साथ सवाल जवाब करता है तो आप उसको गालम गलौज देते हो और आप जब आपका बंदा गालम गलौज देता है तो आप उसका माइक बंद नहीं करते तो दूसरा बंदा आता है जो आपकी ब्रोड पे आया होता है उसका माइक भी बंद करते हो फिर उसी के ऊपर इल्ज़ाम लगाते हो कि हमने नहीं इसने गाली दी है तो जो आपका अपना बंदा होता है उसका आप नाम तक नहीं लेते आपको इल्म होता है यही आपकी सबसे बड़ी मुनाफिकत है आप देखें आप खुद कह रहे हैं कि मैंने उस दिन आके गाली दी आपको अच्छी तरह पता है कि साकी दूसरी आईडी से आकर उसने आते ही मुझे गालां देना शुरू कर दी तो आपने उसका नाम तक नहीं साकी तो लिया साकी जमात अहमदिया का बंदा है ना हम उसके जिम्मेदार तो नहीं है ना नहीं जमात अहमदिया का किधर है वो नहीं मलक साहब ਉਹਨੇ ਕਿੱਥੋਂ ਦੂਸਰੀ ਆਈਡੀ ਤੋਂ ਗਾਲਾਂ ਕੱਢੀਆਂ ਨੇ ਉਹ ਕੋਈ ਡਰਦਾ ਹੈ ਅਸਲੀ ਆਈਡੀ ਤੋਂ ਗਾਲਾਂ ਕੱਢਣ ਤੋਂ ਉਹਨੇ ਤੇ ਫਿਰ ਨਿੰਬੂ ਪਾ ਕੇ ਤੇ ਉੱਤੇ ਨਿੰਬੂ ਨੂੰ ਚੋੜਨਾ ਸੀ ਸਹੀ ਕਰਕੇ ਐਵੇਂ ਉਹਦੇ ਤੇ ਵੀ ਇਲਜ਼ਾਮ ਲਾਇਆ ਜਾਂਦਾ ਹੈ एक मिनट अब्दुल्ला मैं दूसरी ਇਹ आईडी को ਕਸਾਬ आके ਤੇ तेरे दज्जाल है यार देखो मैं आपको एक बात अच्छा बताता अच्छा हूँ ना अमर आबद अमर साहब याकूब साहब छोड़ो इन बातों को छोड़ो इन बातों को छोड़ो आप दफा करो देखिए हमें जो है ना अल्लाह ताला की तरफ से एक सीधा रास्ता मालूम हुआ जो हमें नबी करीम सल्लल्लाहु अलैहि वसल्लम ने बताया हम आपको उस सीधे रास्ते के ऊपर लेकर आ रहे हैं भाई मैं उस ऑलरेडी सीधे सीधे रास्ते के रास्ते ऊपर पर हूँ मेरा रास्ता वही है जो आप सल्लल्लाहु अलैहि वसल्लम ने सहाबा कराम को बताया और सहाबा ने सबसे ज्यादा उस रास्ते पर अमल किया आप मुझे सुभान रास्ता क्या दिखाएंगे तो फिर आप ऐसे बंदे को कज़ाब दज्जाल क्यों नहीं मानते जिसके बारे में नबी करीम सल्लल्लाहु अलैहि वसल्लम ने हुक्म दिया है हमें अच्छा आप हाँ अपने इधर आके एक बंदे को उसके खिलाफ बात तक नहीं करते उसने मुझे गालियां दी
وہ آپ کی پارٹی کا، آپ کی جماعت کا، آپ کا ادھر ماڈریٹر ہے، آپ کی بروڈ کا ساتھی ہے، ساکی آپ اس کو ساکی برا جماعت بھلا نہیں احمدیہ کہہ کا ہے رہے، میرے بھائی، آپ نے عبداللہ کو ساکی ناراض نہیں کر سکتے، تو اور میں ساکی کیسے جماعت احمدیہ کا بندہ ہے، میں ہمارا بندہ کیسے نہیں آپ ہے۔ صلی اللہ علیہ وسلم کی حدیث کو ٹھکرا کر آپ کی بات پہ عمل کروں؟ میں کیسے کسی ملک کا قانون توڑوں؟ میں کیسے اپنے ماں باپ نے جو مجھے تربیت دی ہے میں اس کو اگنور کر دوں، اس کو ٹھکرا دوں اور آپ کی بات پہ عمل کر کے دوسروں کے اکابرین کو گالم گلوچ دوں؟ آپ کو ساکی اگر کا کسی سے اعتراض اور ہے ساکی مرزا صاحب جماعت سے، میں احمدیہ کا مانتا بندہ ہوں، ہے۔ مجھے بھی اعتراض ہے، ہم نہ مانیں، ان کو چھوڑ دیں، لیکن ہمیں یہ حق حاصل نہیں ہے کہ ہم دوسرے کے اکابرین کو یا کسی ایک اکابر کے اوپر گالم گلوچ دیں، لعن طعن کریں، یہ اسلام کے خلاف ہے۔ حدیث اچھا ہے مجھے باقاعدہ کہ اچھا مومن لعن طعن نہیں کرتا، گالم گلوچ نہیں کرتا، لغو باتیں نہیں کرتا۔ اب میں آپ صلی اللہ علیہ وسلم کی حدیث پر عمل کروں یا آپ کے مزے کے لیے، آپ کے چسکے کے لیے، آپ کو سواد لینے کے لیے ان کو دوسروں کے مکتبہ فکر سے تعلق رکھنے والے اکابرین کو گالم گلوچ دوں؟ خود بتائیں۔ السلام علیکم، بالکل ٹھیک فرما رہا ہے جو مسلم بھائی، یہ گالیاں گولیاں دینا ان لوگوں کا کام نہیں، ہماری جماعت احمدیہ کا کام ہے۔ یہ کیوں دیتے ہیں؟ پوچھے ان سے۔ ہاں بالکل، یہ ہمارا کام جو امتی ہے نا حضرت محمد صلی اللہ علیہ وسلم کا، ان کا یہ کام نہیں ہے، نہیں، ہم نے لیکن پیارے ہمارے حضور مسلکوں میں کچھ فیضان لوگ احمد پائے صاحب جاتے کی ہیں، فالوور ہے میرے بھائی، ہمارے یہ مسلک ہمارا میں کام کچھ ہے۔ لوگ پائے جاتے ہیں جو گالم گلوچ دیتے ہیں، ان کو وہ گالیاں دے میرے کے مزہ آتا ہے۔ میں بھی تو وہی کہہ رہا ہوں، جس طرح پیارے حضور نے 1379 گالیاں دی تھی، یہ ہمارا کام ہے یہ بے غیرتی اور بے شرمی والی گالیاں دینا۔ یہ سرکاری مسلمان کیوں کرتے ہیں؟ آپ پوچھیں ان سے، میں آپ ان کے ساتھ ہوں، پوچھ میں رہا بھی ہوں جماعت میں نے، احمدیہ کا بندہ ہوں، نہیں پوچھتا میں، رہتا ہوں۔ اچھا ٹھیک ہے آپ جماعت احمدیہ کے، لیکن میں تو آپ کو سچ بتا رہا ہوں، میں جماعت احمدیہ کا بندہ نہیں ہوں، میرے ان کے عقائد نہیں ہے، میرا ان سے اچھا آپ کے عقائد کی جو بھی، آپ دیکھیں، آپ کے جو بھی عقائد ہیں، جو بھی نہیں ہے، میں تو ہر براڈ پہ جاتا ہوں، مجھے بھی گالیاں پڑتی ہیں روز، ہر جگہ سے 4 گھنٹے، اور میں تو سمجھاتا ہوں یہ گالیاں دینا، یہ بے شرمی، یہ بے حیائی، یہ تو ہماری جماعت کا کام ہے، جماعت احمدیہ کا۔ پیارے حضور نے، آپ روحانی خزائن پڑھیں، ایک غلطی کا ازالہ پڑھیں، 1379 گالیاں دی ہیں حضرت مرزا مسیح موعود غلام احمد صاحب نے۔ نہیں، مجھے نہیں لگتا آپ جماعت احمدیہ کے بندے ہیں، کیونکہ اگر کیوں؟ آپ جماعت احمدیہ کے بندے ہیں اور یار اپنی درود جماعت نہ کے پڑھو خلاف اس بول رہے پر، ہیں تو آپ کیسے جماعت اس پر احمدیہ؟ یہ تو درود نہیں غدار ہے، پڑھنا، آپ جھوٹ بول رہے ہو، چندو آپ جھوٹ جاٹ آپ بول رہے نے، ہو آپ۔ اور ہیومینٹی تم چپ رہو۔ آپ مرضی ہو تو درود تو نانا یار پڑھو، چلو مرزا صاحب کہہ لیتا ہوں، مرزا مرزا۔ صاحب کہہ لو، آپ اچھا مرزا صاحب کیوں کہہ لو، مسلم آپ کیا کہہ رہے ہو؟ میں احمدی نہیں ہوں۔ جی اچھا آپ مرزا کیوں صاحب کہہ مسلم لو۔ آپ کیا کہہ رہے ہو؟ میں احمدی نہیں ہوں۔ جی، کیا؟ آپ احمدی نہیں ہو، کیونکہ جو احمدی ہوتا ہے وہ اپنے اکابرین کے خلاف نہیں بولتا، کوئی تو بھی میں مذہب کون سا یہ کابرین لانتی کے خلاف؟ احمدی ہے، اور میں کون سا جانتا ہوں بول رہا میں ہوں اس بھائی؟ کو، اوے ان یار سنگھوں کو۔ ہیومینٹی تم تو چپ کر جاؤ، مجھے تو بات کرنے دو۔ میں کون سا بول رہا ہوں بھائی؟ میں نے کون سی غلط بات کی ہے؟ مرزا صاحب نے یہ نہیں کہا جو میری باتوں پہ ایمان نہیں لائے گا وہ خنزیر اور ان کی عورتیں رنڈیاں ہیں۔ کیسی بات کر رہے ہو یار؟ ہم تو اپنے مرزا صاحب کی ہر ایک سنت کو فالو کرتے ہیں۔ میں تو صبح دوپہر شام جا کے 1379 گالیوں کے علاوہ ایک بھی گالی نہیں دیتا۔ پوچھیں ان سے کیوں دیتے ہیں؟ اچھا آپ گالیاں دیتے ہیں، مرزا صاحب کی سنت اور پہ بھائی عمل کرتے کھاتا ہوں پھر بھی نہیں دیتا۔ لو کون فار دیتا آل، ہیٹ فار نن۔ ہے؟ کون گالیاں دیتا ہے آپ کو؟ کس سے کھاتے ہو؟ سارے دیتے ہیں، سارے، ہر ایک بندہ مجھے دیتا ہے۔ ہماری دیکھیں، میں تو ان لوگوں کو یہ نہیں کہتا دیتا ہوں، کون ہے؟ سارے دیتے ہیں، سارے سے مراد کیا ہے؟ بتاؤ نا کچھ بات، یہ جواب ہیومینٹی گول بولنا دیتا ہے، دو یہ نا۔ ہیومینٹی ادھر ہی بیٹھا ہوا یہ دیتا ہے۔ ہیومینٹی کون ہے؟ کس بات سے تعلق ہے یہ؟ اس کا یہ مجھے میں نہیں پتا۔ مسلمان ہوں اور اس لانتی کو میں سمجھاتا ہوں کہ مرزا کو چھوڑ دو، کیا پڑا ہوا ہے اس میں، اسے میں کیا کہتا ہوں دیکھا ہے کہ اس میں تم دیکھیں نے؟ میں اسے کہتا ہوں کہ مجھے کوئی دلیل دے، مجھے کوئی بات دے تو میں چھوڑوں نا۔ کہتا ہے کہ تو وہ ذلی بروزی قرآن سے ثابت کر دے، تو بھائی میں اسے کہتا ہوں میں نہیں کر سکتا، کیونکہ پیارے حضور خود نہیں کر سکے۔ نہیں، آپ کو گالیاں کون کس مسلک سے پڑتی ہیں یہ بتائیں نا، کتنے تو لوگ سر دیتے ہیں؟ میرا تعلق جماعت احمدیہ سے ہے، یہ ہیومینٹی مجھے صبح دوپہر شام گالیاں دیتا ہے، یہ مجھے کہتا ہے تو جھوٹا ہے، تو خبیث ہے، تو حرامی ہے، تو لانتی ہے، ٹھیک ہے؟ اور پھر میں جب اسے پوچھتا ہوں کہ تو مجھے ایسے کیوں کہہ رہا ہے، تو کہتا ہے تیرے مرزا صاحب نے اپنی کتابوں میں 1379 گالیاں لکھی ہیں۔ پھر جب میں وہ جا کے چیک کرتا ہوں تو مجھے وہ گالیاں نظر آتی ہیں۔ پھر میں اسے آ کے کہتا ہوں کہ بھائی اگر وہ گالیاں ہیں تو اس کو چھوڑ دے، تو کوئی اور بات کر لے میرے سے۔ پھر یہ کہتا ہے کہ تیرے جو مرزا صاحب ہیں ان کو، وہ کہتے ہیں کہ میں 9 ماہ کا حاملہ ہو گیا، میں اسے حوالے مانگتا ہوں، مجھے آگے سے حوالے 10 دے۔ کا دجل نہ کر، 10 ماہ کا یہ دیکھیں، دجل نہ پھر کر۔ میں اسے حوالے مانگتا ہوں، یہ خبیث مجھے اس کے حوالے دے دیتا ہے، میں حوالہ پڑھ کے آتا ہوں۔ 1 منٹ کی اجازت دے دیں، 1 منٹ کی اجازت دے دیں اگر آپ کو برا نہ لگے تو۔
जी सर, ट्रू आप 2 मुस्लिम मिनट भाई की से ट्रू मुस्लिम भाई 2 मिनट मुझे मिल सकते हैं आपके? जी बोलिए। अच्छा देखें, मैं आपके सामने ना एक चीज़ पेश करता हूँ और उसके बाद आपने इंसाफन काम लेना है, ठीक है? आप मुसलमान हैं, आपने कहा कि आप साहबा के तरीक़ेकार के ऊपर हैं, ठीक है? सही है। नबी पाक सल्लल्लाहु अलैहि वसल्लम की हदीस है कि मेरे बाद 30 के करीब झूठे कज़ाब दज्जाल आएंगे जो नबूवत का दावा करेंगे। ये आपने हदीस सुनी हुई है? जी सुनी हुई है, ज़ईफ हदीस है। हैं? मैंने सुना है, मैंने खुद तहकीक नहीं की, किसी से सुना है कि ये जो हदीस है। अस्तगफिरुल्लाह, किसने नहीं, आपको मैं कह दी ये गलत ज़ईफ? गलत भी हो सकता हूँ, किसने झूठ बोला आपको? ये सही तरीन नहीं, हदीस है। इसके लिए मैं मलिक माजरत कैसर चाहता भाई, हूँ। मैं आपको बताऊं, ये इन्होंने ट्रू मुस्लिम भाई ने ये पता क्यों कहा ये ज़ईफ हदीस है? मैं आपको इसकी बात बताऊं, बताओ। क्योंकि हमारी जमात में हर बंदे को ये सिखाया जाता है कि जब तुम्हें कोई ऐसी बात करे, कोई दलील पेश करे, तो या तो तुमने उसको मानना नहीं या उसको ज़ईफ करार दे देना है। अच्छा अच्छा, ठीक है? तो अच्छा ये बात सुने, जी, ये मुझे हदीस ट्रू मुस्लिम भाई देखिए, अभी जैसे आपने ये कहा कि ये ज़ईफ हदीस है ना, ये हमारी ये मुझे मेरी कल नादिर भाई से भी, तलत भाई से भी बात हो रही थी। उन्होंने मुझे कहा कि तूने सरकारी मुसलमानों की ब्रॉड पे जाके जो तुझे वो बात कहे, तुझे कोई हवाला दे, तूने उनसे सिर्फ एक ही बात करनी है कि बताओ मसीह मौद आसमान पे जिंदा उठाए गए या वफात पा गए। तो मैं इनसे ये बात पूछता हूँ, ये मुझे गालियां देते हैं, आगे से ही मुझे कहते हैं कि तुम्हारे प्यारे हजूर को वो जो 16 दिन खून आया उसका बता, फिर मुझे ये हवाले देते हैं। तो मैं फिर इनसे बात करूं, मुझे गालियां देते हैं ट्रू मुस्लिम भाई। अच्छा सिंधु भाई एक बात तो सुन लेना। जी जी सुनाए। देखिए आप कह रहे हैं आप जमात अहमदिया से हैं और मिर्जा कह साहब नहीं रहा, मैं हूँ भाई, मैं हूँ। अच्छा आप यार इस एक बात मिनट उस की, हदीस पे बात कर लेने आप दें, इस एक बात सेकंड का यार, सबूत दे दें एक बहुत गलत बात बात में, की है। कसम खा के बोलें, अल्लाह की कसम खा के बोलें, कलमा पढ़ें, क्या जमात अहमदिया से ताल्लुक रखते हैं, मिर्जा साहब के फॉलोवर हैं? अगर भाई साथ ये भी अच्छा कहें, अच्छा, एक मिनट मेरी बात अगर सुने। आप झूठ बोल रहे हो तो आपके तमाम नामा अमाल जो नेक अमाल हैं क़यामत वाले दिन ज़ाया हो जाए। तो फिर मैं अच्छा, आपको क्या बात प्यारे मानूं। मिर्जा साहब ने ये नहीं कहा कि जब कोई अपनी जबान से कह दे तो तुम मान लो? आप मेरे से कसम क्यों उठवा रहे हैं? कि मुझे आप पे डाउट हो रहा है, डाउट नहीं तो हो फिर रहा आप बल्कि मिर्जा साहब की शक नहीं तालीमात है, को फॉलो नहीं आप मुझे इस अच्छा बात का पूरा यकीन है कि आप अहमदी नहीं हो। अच्छा सानी आपको तेरे उत्ते यकीन है कि तू मुसलमान न हुए, तू अहमदी है। अच्छा एक मिनट बात जी तो कर सिद्धू लेने दो साहब यार, आप मैंने बोलो। 2 मिनट मांगे थे, मुझे किसी ने 2 मिनट दिए अच्छा नहीं। अच्छा कैसर ये साहब बड़ा आपके पास पूरे 120 बड़ी सेकंड है, बोलिए बोलिए। बड़ी ज्यादती वाली बात है यार, वैसे कसम से मैं 2 अच्छा मिनट अहमद बात नहीं नज़ीर करने साहब, तुसी उस दिन ਤੁਹਾਡੀ ਗੱਲ ਕਰਨ ਤੋਂ ਪਹਿਲਾਂ मैं गल करना कि आप कह रहे थे जी आप गालियां देते हो, ये अभी जिसने बकवास किया ज़ुरियतुल बगाया के बच्चे ने, तो इसके ऊपर आपका क्या रद्द अमल है? क्या ये गाल नहीं है? यही बात मैं अहमद नज़ीर को कहूँ, अब्दुल्ला को कहूँ, आपको कहूँ, आपको कैसा लगेगा? यही बात मैं पहले बता चुका हूँ, जब आपके अपने बंदे जो आपने इधर रखे हुए हैं, इनको बांधा हुआ है सिर्फ इसी मकसद के लिए, जब ये गाली देते हैं तो आपको इनकी गाली नहीं लगती, तो हमारा जब रिटेलिएट होती है तो उसको भी आप गाली कहते हो। यही मैं कह रहा हूँ कि गाली देना तो हमारे प्यारे हजूर की नहीं, सुन्नत है इस ना मिर्जा शख्स गुलाम ने अहमद साहब। जो गलत औरत के बच्चे होते हैं वो गालियां देते हैं, बिल्कुल, जिनकी देखिए, माँ हम अच्छी लोग तो होती है वो गलत- गालियां नहीं देते। ट्रू तो मुस्लिम इसने भाई अभी यही- क्या कहा सिंधु ट्रू साहब, मुस्लिम यही भाई, बात मैं आपको कहूँ, यही बात मैं आपको कहूँ तो आपको चुप करो भाई, ओए पठान तुम चुप करो, ओए जनाना आवाज वाले, तुमसे कोई बात कर रहा है? चुप करो। करो, नहीं करूंगा मैं, मुझे ये ट्रू मलिक मुस्लिम साहब से आप बात बात करना है। करती है, मलिक साहब आप बात करती है। ट्रू मुस्लिम भाई मेरी बात सुनो, यही मैं इनको और कहता यार हूँ कि मतलब अच्छा ये जो आप इसने गाली दी है इसकी तरफ आप क्यों नहीं आ रहे? इसीलिए मैं कहता हूँ आपके लोग गालीबाज हैं, आपके लोग जमात जब गाली अहमदिया के देते ना, हैं बिल्कुल। तो आप सुन के भी कबूतर की तरह आंखें बंद कर लेते हो, आप बोलते नहीं हो, लेकिन जब दूसरा कोई बोले सिर्फ आवाज उठाए कि इसने मुझे गाली दे दी है तो आप उसकी बात को भी गाली बना लेते हो। यही 2 बात मिनट की अब्दुल्ला बात करता करने है, की इजाजत चाहिए थी। यही बात यूसुफी करता है, यही बात आज कैसर साहब ने भी कर दी है। ये भाईजान मैं गाली आपसे सुन 2 के भी मिनट की देखे नहीं बोल रहे। मैं आपने आपसे 2 इसको मिनट की शट अप तक इजाजत नहीं ले कहा रहा कि भाई शर्म करो, तुझे तेरा उसने नाम तक नहीं लिया, वो अच्छे माहौल में बात कर रहे हैं, अच्छी बातें कर रहे हैं, अच्छे अखलाक में कर रहे हैं, तूने उसको गाली आके दे दी। कैसर साहब यही बात मैं आपको बोलूं जो इसने अभी बकवास की
کیونکہ یہ اس طرح کی گالم گلوچ وہی دیتے ہیں جو جن کی والدہ محترمہ اچھی نہیں ہوتی، اس کے ناجائز مراسم ہوتے ہیں، وہ گالم گلوچ دیتے ہیں۔ جو اچھی والدہ کے بچے ہوتے ہیں وہ گالم گلوچ نہیں دیتے، وہ گالم گلوچ کا جواب بھی نہیں دیتے اتنا جلدی۔ دیکھیں اس نے مجھے پھر گالی دی، میں مرزا نے صاحب پلٹ نے کے کیوں واپس گالی بھی نہیں دی؟ دی۔ جی میں آپ کے ساتھ اتفاق کرتا ہوں جی، جو غلط ماں کے بچے ہوتے ہیں نا وہی گالی دیتے ہیں یا لکھتے بھی ہیں، صحیح ہے؟ جیسے 1379 کسی نے لکھی ہیں یا 1000 صفحے پر لانتیں لکھی ہیں۔ لعنت تو ایک دعا ہے نا ان کے لیے۔ کوئی بندہ ہے اللہ کا جو مجھے 2 منٹ لے دے؟ عامر بھائی موجود ہیں آپ ادھر؟ ملک صاحب 2 عامر منٹ بھائی یہ ہوں گے تو تو ہیں، بات دوبارہ دے رہا ہوں، پھر بولیے، اب کوئی نہیں بولے گا، بولیے کہ صاحب۔ نہیں، عامر بھائی ہوں گے تبھی بات ہوگی بھائی، ورنہ تو بڑا مشکل ہے۔ کیوں عامر صاحب کے بغیر آپ بات نہیں کر سکتے؟ ڈرتے ہو، نہیں وہ ہچکچاتے ہو؟ نہیں وہ اچھا، ان انصاف کی پسند آڑ میں آدمی بات ہے۔ کرتے ہو، جب وہ ہوتے ہیں تو پھر آپ کو جوش آ جاتا ہے، اس کا مطلب اپنے سر پہ آپ کچھ بھی نہیں ہو، جو بھی ہو عمر نذیر صاحب کے سر پہ ہو، ان کی شے سے ایسی بولتے ہو، بات ان کے تعاون سے بولتے ہو، کیونکہ اچھا آپ کی یار اپنے ذہن مرزا کی صاحب بات نے نہیں ہے۔ کون کون سی گالیاں دی ہیں، کوئی بتا سکتا ہے ویسے اگر؟ پوری بھائی ڈیٹیل، پوری الف تفصیل بے کیوں تے مسلم بھائی سے بتائیں نا، آپ ان کو یہ روحانی تک خزائن اور یہ غلطی کا الف سے ازالہ کہ میں یہ بتاؤں؟ تک کمیونٹی الف سے یہ تک کوئی بھی نام لوگے تو وہ گالی آپ کو مل جائے گی جی۔ گوگل سے؟ الف سے لے کر یہ تک، صحیح ہے؟ آپ مرزا صاحب کی گالی دیکھ سکتے ہو ان کی کتاب سے۔ نہیں، یہ گالیاں زیادہ تر وہ لوگ دیتے ہیں آپ جو کو دوسروں آپ کے کو اوپر اعتراض کرتے ہیں کہ وہ گالیاں دیتے ہیں، لیکن اصل میں وہ خود بہت بڑے گالی باز ہوتے ہیں۔ عابد صاحب آپ کو یہ یہ کس مرزا نے کہا صاحب ہے نہیں، کس مرزا نے کہا صاحب ہے نہیں دی ہیں یار۔ عابد صاحب آپ کو کس نے کہا ہے کہ یہ جو حدیث میں نے بھی آپ کو پڑھ کے سنائی ہے یہ ضعیف ہے؟ نہیں، میں نے نہیں کہا کہ میں اپنے طور، میں نے کہا میں نے سنا تھا لیکن میں نے تحقیق نہیں کی، اگر میں غلط ہوں تو اس کے لیے میں معذرت خواہ ہوں، کیونکہ حدیث کا معاملہ ہے۔ تعویل کر دیں، تعویل کر دیں ٹرو مسلم صاحب۔ میں نے کہا نہیں میں نے نہیں تو سنا تھا لیکن میں اس کے بارے میں تحقیق کروں گا، علماء سے پوچھوں گا، خود پڑھوں گا، تو لیکن میرا یہ حتمی فیصلہ نہیں ہے، یہ میری بات نہیں ہے۔ میں نے ایک مبینہ طور پر یہ بات کی تھی، الجڈلی بات کی تھی کہ یہ حدیث میں نے ایسے سنی ہے، تو اس کے بارے میں آپ بتائیں، آپ سے بھی پوچھ رہا ہوں، اور خود بھی تحقیق کروں گا اور اپنے علماء سے بھی پوچھوں گا، تو پھر اس کے اوپر میں فیصلہ کروں گا۔ ضیاء اور مجھے بھائی زیادہ یہ جو چانس لگ رہے ہیں اس حدیث کے، میرے اپنی رائے کے مطابق وہ یہی لگ رہے ہیں کہ یہ حدیث حسن درجے کی ہوگی، صحیح ہوگی۔ ضیاء بھائی صحیح ہو حدیث گئی کی اللہ کی تو۔ ضیاء بھائی آپ نے کوئی تحقیق کی ہے اس حدیث کے اوپر؟ جی صحیح حدیث ہے، اور ایک نہیں کئی حدیثیں ہیں یہی اسی الفاظ کے ساتھ، انا خاتم النبیین لا نبی بعدی، کافی ساری حدیثیں، ساری صحیح ہیں۔ دیکھ لو۔ نہیں، وہ اور حدیث تھی نا، پہلے کوئی اور حدیث کی بات کر رہے تھے نا، اب یہ اور حدیث لے کے آگے ہو۔ یہ نبوت رک گئی ہے تو مرزا صاحب کتوں آ گئے پھر اگر صحیح ہے حدیث؟ فلائنگ ہیومینٹی، پھر تو ایسی باتیں کر رہا ہے، پھر تو بکواس کر رہا ہے، پھر تو میرے سے اجازت دے دیں، میں گالی نکالتا ہوں۔ اجازت دے اپنا دیں۔ ਸਿੱਧੂ ਸਾਹਿਬ ਇਹ ਹਮੇਟੀ ਦੀ ਬਰਾੜ ਨਹੀਂ ਉੱਥੇ ਨਿਜ਼ਾਮ ਹੋ ਰਹੇ ਮੇਰੀ ਬਰਾੜ ਦੇ ਕੋਈ ਐਸੀ ਵੈਸੀ ਕੀਤੀ ਸਿੱਧਾ ਬਲਾਕ ਵਾਰਨਿੰਗ ਵੀ ਨਹੀਂ ਮੈਂ ਸਿੱਧਾ ਬਲਾਕ ਮਾਰਦਾ ਠੀਕ ਹੋ ਗਿਆ ਜੀ ਇਹ ਗੱਲ ਦੇ ਜਵਾ ਦਿਓ ਕੀ ਐਸੀ ਵੈਸੀ ਜਨਾਬ, ਮੈਂ ਕੀ ਐਸੀ ਵੈਸੀ ਕੀਤੀ ਹੈ? ਨਹੀਂ ਜਿਸ ਤਰ੍ਹਾਂ ਗੱਲ ਕਰਦੇ ਹੋ ਨਾ ਹਮੇਟੀ ਦੀ ਬਰਾੜ ਦੇ ਉੱਤੇ ਉਹਦੀ ਬਰਾੜ ਦਾ ਹਿਸਾਬ ਹੈ ਇੱਥੇ ਉਹ ਚੱਕਰ ਕੋ ਨਹੀਂ ਜੇ ਠੀਕ ਹੋ ਗਿਆ ਭਾਜੀ ਮੈਂ ਕਿਸੇ ਭਰਾ ਨਾਲ ਗੱਲ ਮੇਰੀ ਕਰਨੀ ਬਰਾੜ ਦਾ ਨਾਂ ਤਰੀਕੇ ਨਾਲ ਲੈਣ ਦੀ ਗੱਲ ਜ਼ਰੂਰਤ ਕਰਨੀ ਕੋਈ ਨਹੀਂ, ਤੁਸੀਂ ਵੈਸੇ ਹੀ ਉਹਨਾਂ ਨੂੰ ਦੱਸ ਦਿਓ ਕਿਸੇ ਦਾ ਤੁਸੀਂ ਕਿਉਂਕਿ ਕਿਉਂ ਉੱਥੇ ਤੰਜ਼ ਛੂਟ ਲਾ ਵੀ ਕਰਦੇ ਜਾਂਦੇ ਹੋ। ਨੇ ਤੇਰੀ ਬਰਾੜ ਤੇ ਛੂਟ ਲਾ ਵੀ ਜਾਂਦੇ ਨਹੀਂ ਇੱਥੇ ਨਹੀਂ ਛੂਟ ਵਾਲਾ ਸ਼ੂਟ ਚੱਕਰ ਸਾਰੀਆਂ ਕੋਈ ਨਾ ਆਇਆ ਬਰਾਡਾਂ ਮੈਂ ਤੇ ਗੱਲ ਲੱਭਦਾ ਕਰਨਾ ਹੈ, ਇੱਥੇ ਕਿੰਨਾ ਚਿਰ ਸ਼ੂਟ ਲੱਭਾ ਹੈ? ਸਾਰੇ ਤੁਸੀਂ ਉਂਝ ਹੀ ਉਹਨਾਂ ਕਹੋ ਕਿ ਭਾਈ ਇਜਾਜ਼ਤ ਨਹੀਂ ਹੈ ਮੇਰੀ ਬਰਾੜ ਤੇ ਕੋਈ ਵੀ ਕੋਈ ਐਸੀ ਕਹਿੰਦਾ ਗੱਲ ਪਿਆ ਨਾ ਕਰਨ ਦੀ। ਇੱਥੇ ਐਸੀ ਵੈਸੀ ਗੱਲ ਕੋਈ ਬਿਲਕੁਲ ਨਹੀਂ ਕਰਨੀ ਠੀਕ ਹੋ ਗਿਆ ਤੇ ਇਹ ਨਾ ਹੋਵੇ ਕਿ ਤੁਹਾਨੂੰ ਥੱਲੇ ਲਾ ਦਿੱਤਾ ਜਾਏ ਅੱਛਾ، ਜਿਸ ਅਕਬਰ ਸਾਹਿਬ ਬੰਦੇ ਆਏ ਨੇ ਨੂੰ ਅਕਬਰ ਸਾਹਿਬ ਆਓ ਹੁਣ ਜ਼ਰਾ ਉੱਤੇ ਜ਼ਰਾ ਹਾਂਜੀ ਅਕਬਰ ਸਾਹਿਬ جی سر السلام علیکم، کی حال جی؟ ٹھیک ہو؟ الحمدللہ طارق شمان صاحب کدھر گیا ہوئے ہیں پتہ نہیں، بھیجو میسج۔
ਮਤਲਬ ਕੈਸਰ ਸਾਹਿਬ ਸਮਾਂ ਲੈ ਰਹੇ ਨੇ ਔਖੀਆਂ अस्सलाम वालेकुम अली ਵਾਲੇਕੁਮ ਸਲਾਮ की हाल चाल है? ਬੋਲਦਾ ਹੀ ਕੋਈ ਨਹੀਂ मैं क्या तबीयत किस तरह ने? ठीक ठाक हो? आवाज आ रही है मेरी? ਸਭ ਠੀਕ ਠਾਕ ਆ ਰਹੀ ਹੈ ਤੁਸੀਂ ਬੋਲੋ कैसे साहब अपने 2 मिनट ते पूरे करो साहब, खामोश ने क्यों नहीं कर रहे हो ना? हाँ वही पूरे कराने लगा हूँ। हाँ मैं आ गया, मलिक साहब बुला रहे थे। जी मैं ये कह रहा हूँ कि हदीस जो भी बयान की गई कि नबी पाक सल्लल्लाहु अलैहि वसल्लम ने फरमाया कि मेरे बाद 30 के करीब झूठे कज़ाब दज्जाल आएंगे जो नबूवत का दावा करेंगे, और फिर फरमाया कि अना ख़ातमुन नबिय्यीन ला नबी आबादी, मैं नबियों को ख़त्म करने वाला हूँ, मेरे बाद नबी कोई नहीं। तो ये कह रहे हैं कि ये हदीस ज़ईफ़ है। कौन कह रहा है? हाँ यार ट्रू फिर वो मुस्लिम देखो से। झूठ बोल रहे हो मेरे पे, नहीं इल्जाम नहीं लगा रहे हो। मैं पूरी बात कंप्लीट होने दो ना। बाद में इन्होंने कहा कि मेरी इसके ऊपर कोई सही तहकीक नहीं है, आप रहनुमाई फरमा दें। पहले इन्होंने यही कहा कि ये ज़ईफ़ हदीस है। मैं कोई झूठ नहीं बोल रहा मेरे भाई। देखिए मैंने कहा कि ये जो हदीस है मैंने सुना है किसी शख्स से, उसने कहा कि ये हदीस ऐसी है, लेकिन मेरा अपना गुमान ये है, जो मेरा इस हदीस के बारे में ज़्यादा परसेंट है, मतलब 70% जो मैं थिंक कर रहा हूँ, बल्कि 90% मुझे ऐसा लग रहा है कि ये हदीस सही है, हसन दर्जे की है। लेकिन अच्छा मैंने ऐसे भी सुना है, मैंने ये अच्छा बात की है। हाँ, ठीक हो। मैंने अपनी अब फैसला नहीं आपको दिया, अब आपको मैंने एक अब मुबैना आपको तौर पर आपको ये बात बताई है। अब मेरी आपको अपनी एक नबी पाक सल्लल्लाहु अलैहि वसल्लम साहब की तरफ से पैगाम मिल गया, रसूलुल्लाह सल्लल्लाहु अलैहि वसल्लम की तरफ से आपको एक पैगाम मिल गया, तो आपने इसके ऊपर अब अमल भी करना है ना, क्योंकि हमने जब अतात की है तो फिर हमने अमल भी करना है। उसके बाद ना कुरान पाक की एक आयत है, सूरह निसा की आयत 116, उसका मैं आपको तर्जमा बता देता हूँ, अगर कहते हैं तो अरबी भी पढ़ देता हूँ। तर्जमा पढ़ूँ कि अरबी पढ़ूँ? तर्जुमा ही पढ़ दे, वही काफी है। अच्छा। और जो शख्स सीधा रास्ता मालूम होने के बाद पैगंबर की मुखालफत करे, सीधा रास्ता अब हमें मालूम हो गया कि नबी पाक सल्लल्लाहु अलैहि वसल्लम ने हमें क्या रास्ता, कौन सा रास्ता दिखाया है, और जो शख्स सीधा रास्ता मालूम होने के बाद पैगंबर की मुखालफत करे और मोमिनों के रास्ते के सिवा और रास्ते पर चले, तो जिधर वो चलता है हम उसे उधर ही चलने देंगे और क़यामत के दिन जहन्नम में दाखिल करेंगे, और वो बुरी जगह है। आप नवल्लहि खुद इस मा आयत तवल्ला, नवल्लहि हाँ मा जी तवल्ला व नुस्लिहि जहन्नम बिल्कुल वसात बिल्कुल मसीरा। यही वाली आयत है। अब हमें नबी पाक सल्लल्लाहु अलैहि वसल्लम ने एक रास्ता दिखाया, उसके बाद ये आयत भी हमारे सामने आ गई। अब आप क्या कहेंगे? अब आप इसकी तावील नहीं करनी, हमने मनोवान बात माननी है। तो हमें चाहिए कि हमारी जो इबादत का तरीका है, नेकी करने का, जो हमारे जितने भी ज़राए हैं, हम वही अपनाएं जो नबी पाक ने बताए हैं। तो हम हर उस ज़िंदगी के हर मामले में, हर जगह, हर कदम पे, हर मोड़ पे ज़िंदगी कैसे गुजारनी है, हदीसें मौजूद हैं, कुरान मौजूद है। तो हमें सिर्फ कुरान और हदीस ही से रहनुमाई करनी चाहिए। हमारी ज़िंदगी के जितने भी अमाल हैं, नेक जो इबादत करने वाले हैं या दुनियावी मामलात में, हर हल मौजूद है, हर तरीका मौजूद है। तो हमें चाहिए कि सिर्फ और सिर्फ इन 2 चीज़ों को मजबूती से थामे रखें, कुरान और हदीस को। बाकी किसी पीर, किसी शेख, किसी मुल्ला, किसी इमाम की बातों को छोड़ दे। हाँ, अगर उनकी बातें कुरान और हदीस के मुताबिक हैं तो उनको पकड़ लें। जो उनकी बातें कुरान और हदीस से टकराती है, उनकी उन बातों को पकड़ के ज़मीन पे फेंक के पाँव तले रख के उनको कुचल दे, रौंद दे। जी, इसमें तो कोई दौर आए नहीं है। आपकी बात से तो कोई इनकार कर ही नहीं सकता, इत्फाक ही करेगा जो मुसलमान मैं होगा। कह रहा हूँ कज़ाब और दज्जालों के आने की पेशन गोई है, और साथ ये आयत है, जो हाँ, तो जो कज़ाब और शख्स दज्जाल आए और आते रहेंगे, वो बाढ़ में जाए, जहन्नम में जाए, उन्हें हमको सीधा क्या रास्ता ताल्लुक है। मालूम होने के बाद पैगंबर की मुखालफत करे। नबी पाक सल्लल्लाहु अलैहि वसल्लम कह रहे हैं कि कज़्ज़ाब और दज्जाल आएंगे मेरे बाद 30 के करीब, जो झूठे नबूवत के दावे करेंगे। जी, ठीक है।
اور اب آپ کو نبی پاک صلی اللہ علیہ وسلم نے سیدھا راستہ بتا دیا، اب آپ ان کی مخالفت کر رہے ہیں کسی کو کذاب دجال نہ کہہ کر، کیا دیکھیں کہتے ہیں آپ اس بارے میں؟ میں تو سب کو کذاب دجال کہتا ہوں، جو اللہ کی طرف سے نہیں بھیجے ہوئے وہ سب جھوٹے ہیں، منافق ہیں، لانتی ہیں، کذاب ہیں، دجال ہیں، جو اللہ کی طرف سے نہیں بھیجیں گے، چاہے وہ 30 ہیں یا 30 کے بعد 70 تک چلے جاتے ہیں یا 100 سے اوپر چلے جاتے ہیں، تو وہ بھی جھوٹے اور دجال ہیں۔ لیکن جو اللہ کی طرف سے سچے نبی بھیجے گئے تھے آج کی تاریخ تک، میں ان سب پر ایمان لاتا ہوں، ان سب کو اللہ کا سچا نبی، سچا رسول مانتا ہوں، وہ اللہ کے ہم سچے سچوں کی پیغمبر تو تھے۔ بات ہی نہیں کر رہے نا، ہم جھوٹوں کی بھائی بات دیکھیں کر دو رہے ہیں۔ ہی باتیں ہوتی ہے نا، جو حق ہوتا ہے یا باطل ہوتا ہے، سچ ہوتا ہے جھوٹ ہوتا ہے، جنت ہوتی ہے جہنم ہوتی ہے، ٹھیک ہے۔ اب سچے جو ہیں ان کو ایک کیٹیگری میں ڈال دو، ٹھیک ہے، وہ ہمارے لیے معتبر ہیں، پاک ہے، وہ اللہ کے سچے پیغمبر ہیں اور ہم ان کا ایمان لاتے ہیں، اور جو جھوٹے ہیں ان کو پکڑ کے دوسرے پلڑے میں ڈال رہے ہو، جھوٹو تم پر، سب پر لعنت ہو، ایک پر نہیں سب پر۔ تو اب آپ بتائیں کیا رہ گیا باقی، آپ مجھے کس بات کے اوپر لانا چاہتے ہیں؟ میں میں آپ نے کو آپ اس کو بات کے اپنا اوپر لانا موقف سارا چاہ رہا بتا ہوں، دیا، میں نے اس آیت کی بھی تائید کر دی، اس آیت پر بھی ایمان لاتا ہوں، اس آیت کے مطابق میں نے آپ کو جواب دیا، حدیث کے آپ مطابق کے جواب حلق سے دیا۔ آپ آیت اتر نہیں دودھ رہی۔ کا دودھ، پانی کا پانی ہو گیا۔ اب آپ ایسا کریں کہ آپ مجھے کیسے بچی کی ہو گیا طرح دودھ کا بولیں دودھ، کہ ایسے پانی کا بولیں، پانی؟ اے فار ایپل، بی فار بوٹ، سی فار میں ایسے نہیں کہہ رہا، کیٹ، ڈی فار ڈاگ، ایسے بتا دیں، میں وہ ریپیٹ کرتا چلتا جاتا ہوں۔ میں ایسے نہیں کہہ رہا، میں آپ سے کہہ رہا ہوں کہ ایک طرف نبی پاک صلی اللہ علیہ وآلہ وسلم نے کذابوں اور دجالوں کے آنے کی بات کی، ایک طرف یہ بھی کہہ دیا میرے بعد نبی بھی کوئی نہیں، اور ساتھ یہ آیت کھڑی ہے، اور جو شخص سیدھا راستہ معلوم ہونے کے بعد پیغمبر کی مخالفت کرے۔ اب نبی پاک صلی اللہ علیہ وآلہ وسلم نے ایک سیدھا راستہ دکھایا، صحیح ہے۔ اب قرآن کہہ رہا ہے جو سیدھا راستہ، اب ہمیں معلوم ہو گیا سیدھا راستہ کہ اب نبی کوئی نہیں آئے گا، جو آئے گا وہ کذاب اور دجال ہوگا، سیدھا راستہ ہمیں معلوم ہو گیا۔ اب اگر ہمیں سیدھا راستہ معلوم ہونے کے بعد بھی ہم ان کی مخالفت کریں، پھر تو ایسے مخالفت کون کرتا ہے پہلے تو آپ یہ بتائیے نا۔ آپ کر رہے ہیں نا، میں کس طرح کر رہا ہوں، ایک بات کی مثال دے کر بتائیے۔ آپ مخالفت اس طرح کر رہے ہیں کہ جتنی بھی اب بعد نبی پاک صلی اللہ علیہ وآلہ وسلم مدعیان نبوت ہیں، آپ ان کو کذاب اور دجال نہیں کہہ رہے۔ بھائی ابھی تو 2 منٹ نہیں ہوئے، میں نے آپ کو بڑے اچھے طریقے سے واضح طور پر کھل کے آسان الفاظ میں 2 × 2 = 4 کی طرح سمجھایا کہ جتنے بھی سچے نبی ہیں ان پر میں ایمان لاتا ہوں، اور جتنے بھی جھوٹے نبی ہیں آئے ہیں یا آئندہ آئیں گے، 30 ہوں، 70 ہوں، 100 سے بھی بڑھ جائیں، میں ان سب کو جھوٹا مانتا ہوں، ان پر لعنت بھیجتا ہوں، ان کو کذاب مانتا ہوں۔ مرزا غلام قادیانی صاحب سچے نبی تھے یا جھوٹے نبی تھے؟ مرزا صاحب نے جو نبوت کا دعویٰ کیا، پہلے بات تو یہ ہے کہ ان کی نبوت کا دعویٰ کوئی ایسے سمجھ ہی نہیں آ رہا وہ کیا کہ آیا انہوں نے نبوت کا دعویٰ کیا بھی ہے یا نہیں کیا۔ وہ کہہ رہے ایک پہلو سے امتی ہے اور دوسرے پہلو سے وہ حضرت محمد صلی اللہ علیہ وسلم کی شریعت کے پیروکار ہیں، ان کی شریعت پر عمل کرتے ہوئے وہ اپنی زندگی گزار رہے ہیں۔ انہوں نے وہی باتیں بتائی ہیں جو آپ صلی اللہ علیہ وسلم کی شریعت ہے، اس سے ہٹ کر ایک بات بھی دین اسلام میں نہ ڈالی ہے نہ نکالی ہے۔ تو اب مجھے ان کی جو دعویٰ ہے نبوت کا اس کی سمجھ ہی نہیں آ رہی۔ یا تو وہ کھل کے واضح طور پر بتا دیں کہ میں ایک نبی ہوں، میرا یہ پیغام ہے، میرا یہ حکم ہے کہ یہ چیز ایسے نہیں ایسے، وہ ہماری شریعت کو کوئی اس کے اندر چینجنگ کریں، اس میں کوئی چیز ڈال دیں، جیسے ہم ایک رکعت میں 2 سجدے کریں، اور ایک بندہ آئے کہ نبی ہے کہ وہ کہے نہیں ایک رکعت میں ایک ہی سجدہ ہے، تو پھر تو ہم کہہ سکتے ہیں کہ واقعی دیکھیں اس نے چینجنگ کی ہے، یہ ہم اس کو نہیں مانتے۔ جب مرزا صاحب کی آپ ان کی تعلیمات دیکھیں جتنی بھی ہیں دین کے معاملات میں، شریعت میں، تو وہ سیم ہی ہے، انہوں نے کوئی شریعت میں چینجنگ نہیں کی 1% بھی، اسی شریعت کے دائرے میں رہ کر انہوں نے تبلیغ کی ہے، صرف لوگوں کو دین کے ساتھ جوڑا ہے۔ جو لوگ دین سے پھر گئے تھے، مطلب دین سے دور ہو گئے تھے، تو بقول جماعت احمدیہ انہوں نے مرزا صاحب نے لوگوں کو پکڑ کر ان کے ہاتھ پکڑ کے دین کے دائرے میں ان کے اندر شامل کیا کہ یہ ہے اصل دین، آپ بٹکے ہوئے ہو۔ جیسے آج کل دیکھیں ایک مرے ہوئے شخص کو وہاں پتہ نہیں آپ کو کسی جانور کی ہڈیاں دبی ہوئی ہیں،
हमारे कुछ लोग जाते हैं उससे बरादे मांगते हैं वहाँ उनको उनको छोड़ो सजदा यार, यहाँ पे सिर्फ बात हो रही है मदयान नबूवत की। आप खाम खा उनके ऊपर ना जाएं। अगर आप ये समझते हैं कि मिर्ज़ा साहब, हम लोग भी यही समझते हैं और आपको भी पता है, पूरी दुनिया को पता है कि मिर्ज़ा साहब ने दावे नबूवत किया है। अगर किया है, चलो मैं आपकी बात रख लेता हूँ, अगर किया है तो क्या वो कज़ाब और दजाल हैं नबी पाक की हदीस के मुताबिक? नहीं, उन्होंने जो नबूवत का दावा फिर किया भी है अगर, तो वो ऐसे नहीं हाँ किया हाँ, कि जैसे पहले नबी आते रहे, जैसे हजरत मूसा अलैहिस्सलाम के बाद हजरत ईसा अलैहिस्सलाम आए, उन्होंने नबूवत का दावा किया। फिर ईसा अलैहिस्सलाम के बाद हजरत मोहम्मद सल्लल्लाहु अलैहि वसल्लम आए। कैसे किया? उनका दावा हदीस की रोशनी में है कि मुझे से याद नहीं है कि वो इमाम महदी आएंगे उनको नबीउल्लाह कहा गया, इस तरह है। इमाम महदी हदीस की रोशनी में ही है उनका दावा। इसकी रोशनी में तो सच्चा मानता है ना, ये सच्चा मानता है उनको, सही मानता है। नहीं, वो हदीस है, ठीक है। वो भी उसकी भी मैंने फिर आप तहकीक की बिल्कुल है। सही अकीदे पे हैं, फिर आप जमात अहमदिया के अकीदे पे हैं, बिल्कुल नहीं, ठीक मैं है। उनके अकीदे पे नहीं हूँ, मैं उनके नहीं, अकीदे पे बातें सारी नहीं हूँ। वही हैं। हदीस की रोशनी में उन्होंने दावा किया है ना। नहीं, मैंने सुना जिस तरह जमात अहमदिया का मौका, ये सवाल वो मैंने उनसे जमात किया था अहमदिया, ना, तो वो कहते हैं कि हमारा मिर्जा साहब का जो दावा है वो खुद का दावा नहीं है, वो हदीस की रोशनी में, हदीस ही से उन्होंने दावा किया है। तो भाई बात यह है कि हदीस से किया है, ये दावा उनका है। मिर्जा ये गुलाम अहमद कादियानी कहता है कि हदीस का अगर दुनिया में वजूद ना भी होता तो भी मैं दावा कर लेता। हदीस को नहीं, मैंने कुरान और अपने इल्हाम की बिना पर दावा किया। मेरे दावे की बुनियाद हदीस नहीं है। तुम कहते हदीस की बिना पर किया है। अब बताओ, आपकी माने या उसकी माने? जो खुद नबी है वो कहता है हदीस की बिना पर नहीं किया। अंधे ने मदई सुस्त गवाह चुस्त, तुम कहते हो हदीस की बिना पर किया है। नहीं, कहते हैं ना वो कि आने वाले इमाम होंगे तो वो अल्लाह के, वो नबी, अल्लाह ने उनको वो नबी तो और हदीस में तो ऐसे ही लिखा हुआ है, हदीस में तो ऐसे ही लिखा हुआ है, आने वाला माम होगा, मामंदी होगा। लेकिन वो कहता है कि मैंने हदीस की बिना पर दावा नहीं किया। फिर तो फिर उनके इल्हाम के, अगर कोई कहता है मुझे इल्हाम हुआ या ख्वाब आई या मेरे ऊपर वही आई, तो ऐसे तो फिर कोई भी उठ के कह सकता है, तो ऐसे तो बहुत सारे हो जाएंगे ना। हम तो उसी को मानते हैं जो कुरान और हदीस की रोशनी में ही कोई बात करता है, वही उसकी जो बात सवाल भी किया गया ऑथेंटिक उसका होगी ना। जवाब देने की बजाय, जो सवाल किया गया अब उसका जवाब देने की बजाय इधर उधर ना जाओ। दावा हदीस के मुताबिक नहीं, पर दावा है नबूवत का। तो अच्छा, जो कहता है उनके मिर्जा साहब के फॉलोअर हैं, जो उनके बड़े मुरब्बियान हैं, वो तो ये ऐसे कहते हैं। आप कह रहे हो कि वो कहते हैं मैंने अपने इल्हाम की वजह से ये नबूवत का दावा किया है, लेकिन उनके जो मुरब्बियान हैं, जो उनके बड़े आलम फाजल है, वो तो कहते हैं कि हमने हदीस की रोशनी से किया। वो हदीस भी बाकायदा पेश करते हैं, हदीस का हवाला देते हैं, हदीस नंबर देते हैं। मैं किताब दिखाता हूँ एजाज अहमदी, जिसमें उसने कहा है कि मेरे दावे की बुनियाद हदीस नहीं है। फिर मुरब्बियों की माननी कि मेरी माननी, उसकी अपनी माननी, जिसने लिखा हुआ है मेरे दावे की हदीस बुनियाद नहीं है। तो फिर ये जो इनके मुरब्बी हजरात हैं, ये इस बात को क्यों नहीं लोगों को बता रहे, या इस बात के साथ हवाला क्यों नहीं देते कि ये हमारी किताब में लिखा है, मिर्जा साहब ने खुद हमें बताया नहीं है। पता यार वो क्यों नहीं करते। उनका जवाब हमसे ना मांगो, हमसे ये पूछो कि उसने हदीस की बिना पर दावा किया है कि नहीं किया। वो कहता है मैंने नहीं किया। अच्छा, ये किस किताब में लिखा है कि मैंने हिलाम की बुनियाद पर दावा किया है? एजाज अहमदी में। मतलब आप दावा आ गया। मैं आपसे सिर्फ एक बात कह रहा हूँ। ठहर जो जी जी, मैं इसको पहले हवाला दिखा ला। नहीं, ऐसे ही बता देना, हवाला बेशक ना लगाए पड़े, आप बता दे कि इस किताब में लिखा है, इस सफ़ा नंबर पे लिखा है। स्कैन ही निकाल के दिखा देते हैं। स्कैन कौन सा पढ़ा जाता है, इतना बारीक तो होता है नुक्तों की तरह। आज ਤੁਹਾਡਾ ਸਾਡਾ फैसला हो ही जाए, बंदा ना चुके हो जी थल्लू कोई और। फैसला हो गया है।
ਜਦੋਂ ਖੁਦ ਕਹਿੰਦਾ ਵੀ ਮੇਰਾ ਉਹ ਅਕੀਦਾ ਹੈ ਜਿਹੜਾ ਉਹਨਾਂ ਦਾ ਹੈ, ਤੇ ਫਿਰ ਫੈਸਲਾ ਪਿੱਛੇ ਕਿਹੜਾ ਰਹਿ ਗਿਆ? ਕਿੰਨਾ ਦਾ ਹੈ? ਜਿਹੜਾ ਮਰਜ਼ਾਈਆਂ ਦਾ ਹੈ। ਦੇਖੋ ਫਿਰ ਇਲਜ਼ਾਮ ਲਾ ਰਹੇ ਹੋ, ਮੈਂ ਕਿਤੇ ਕਿਹਾ ਕਿ ਮੇਰਾ ਉਹ ਅਕੀਦਾ ਹੈ ਜਿਹੜਾ ਮਿਰਜ਼ਾਈਆਂ ਦਾ ਹੈ? ਬਈ ਹਦੀਸ ਦੀ ਬੁਨਿਆਦ ਤੂੰ ਤਾਂ ਕਹਿਣਾ ਦਾਵਾ ਕੀਤਾ ਹੈ। ਨਹੀਂ, ਇਹ ਤਾਂ ਮੈਂ ਉਹਨਾਂ ਦੀ ਕਹਿ ਰਿਹਾ ਨਾ, ਬਕੌਲ ਉਹਨਾਂ ਦੇ, मैं अपनी तरफों तो नहीं कह रहा ना भाईजान, अपनी बात करनी अपनी, उनको मैं छोड़ो। तो नहीं कह रहा कि उन्होंने ਦੇ ਹਿਲਾਬ ਦੇ ਜ਼ਰੀਏ ਕੀਤਾ ਹੈ ਜਾਂ ਹਦੀਸ ਦੀ ਰੋਸ਼ਨੀ 'ਚ ਕੀਤਾ ਹੈ। नहीं उन्होंने अगली गल भी तो दसो ना कि मिर्जा साहब ने किया है भी कि हम दावे नबूवत करने वाले पर लानत भेजते हैं, वो मुसलमा कज़ाब का भाई है, मेरा खुदा ने नाम नबी रखा है, मुखातबा इलाही या मुकालमा इलाहिया की वजह से मुझ में वो सिफात पाई जाती हैं। मतलब है उन्होंने नबूवत का दावा ही नहीं है। ये गल क्यों नहीं उन्होंने दस दे? मोया नहीं आकड़े है। ये तुसी जो मर्जी कह लो। अच्छा खलो ये तुसी जो मर्जी कह लो। नहीं, एक बंदा कहता है मेरा दावा ही नहीं नबूवत दा। हाँ बिल्कुल, उस बंदे नूं दसो ना पूरी गल। एंबुलेंस आ गई, मैं कह रहा था चलो बंदा ना चुको। मेरा दावा नहीं देखा जब आपको कोई सच्ची बात, देखो ये ये भाई गल साहब- गलत है, ये उस भाई साहब बंदे जो नूं अब- सारे हवाले दो। ये भाई साहब जो आप बोल रहे हैं, मैं आपकी बात से इतफाक करता हूँ कि ये पता है कि ज़बरदस्ती हमारे, मैं किसी का नाम नहीं लिया, ये ज़बरदस्ती कुछ अकायद बना के जमात अहमदिया के ऊपर डाल के कहते हैं उनका ये दावा है। हकीकत ऐसा नहीं होता। मुझे किसी बंदे ने एक किताब, आपकी जमात अहमदिया की किताब का हवाला दिया, सफ़ा नंबर दिया, उसमें ये लिखा है। जब मैं वहाँ गया तो ऐसा कुछ लिखा हुआ ही नहीं था, वहाँ माजरा ही कुछ और था। तो आप देखें, आप यहूदियां वाला काम ना का करो, दावा अद्धी किया। गल ना दसो, पूरी गल दसो। यहाँ यहूदियां वाला काम ना करो। ਤੁਸੀਂ ਪੂਰੀ ਦੱਸੋ ਨਾ ਅਕਬਰ ਖਾਨ ਸਾਹਿਬ ਕਿ ਗੱਲ दसिया ना ਕਿੱਥੇ कि वो कहते ने मेरा नबूवत का दावा ही नहीं है। ਕਿੱਥੇ ਆਖਿਆ ਨੇ ਭਾਓ ਹਵਾਲਾ ਕੱਢ ਕੇ ਭਾਓ। ਉਹ ਹਮਾਮਤੁਲ ਮੁਸ਼ਰਾ ਕਈ ਦਫਾ ਤੇ ਉਹ ਤਾਰਕ ਚੌਹਾਨ ਸਾਹਿਬ ਨੇ ਤੁਹਾਨੂੰ ਇਹ ਦਿੱਤਾ ਵੇ ਹਵਾਲਾ, ਅੱਛਾ ਕਈ ਹਜ਼ਾਰ ਦਫਾ ਦਿੱਤਾ ਵੇ। ਹਮਾਮਤੁਲ ਬੁਸ਼ਰਾ ਚ ਉਹਨਾਂ ਨੇ ਕੀ ਆਖਿਆ? दावे नबूवत करने वाले पर हम लानत भेजते हैं, वो मुसलमान कज़ाब का भाई है, मुकालमा इलाही है, मुखातबा इलाही है की वजह से मेरा नाम खुदा ताला ने नबी और रसूल रखा है। ਠੀਕ ਹੋ ਗਿਆ। ਫਿਰ ਤੁਸੀਂ ਮਿਰਜ਼ਾ ਸਾਹਿਬ ਨੂੰ ਨਬੀ ਤੇ ਨਹੀਂ ਮੰਨਦੇ? ਉਹ ਯਾਰ ਜਿੱਲੀ ਬਰੂਦੀ ਨਬੀ ਨੇ, ਜਿੱਲੀ ਨਬੀ ਨੇ ਉਹਨਾਂ ਦਾ ਨਾਮ ਰੱਖਿਆ ਵੇ, ਉਹਨਾਂ ਨੇ ਨਬੀ ਤੇ ਨਹੀਂ ਮੰਨਦੇ, ਨਬੀ ਤੇ ਨਹੀਂ ਮੰਨਦੇ। ਤੁਸੀਂ ਕੀ ਮੰਨਦੇ ਜਦੋਂ ਹੋ? ਖੁਦ ਕਹਿ ਰਹੇ ਨੇ ਕਿ ਮੈਂ ਨਬੀ ਨਹੀਂ ਹਾਂ, ਮੁਝੇ ਮੈਂ ਤੇ ਉਹਨਾਂ ਨੂੰ ਜਿੱਲੀ ਨਬੀ ਮੰਨਦਾ ਵਾ ਜੋ ਉਹਨਾਂ ਨੇ ਕਿਹਾ ਵੇ ਕਿ ਰਸੂਲ ਪਾਕ ਸੱਲੱਲਾਹੁ ਅਲੈहि ਮੁਕੰਮਲ ਅਤਾਅਤ ਦੀ ਵਜ੍ਹਾ ਤੋਂ ਅੱਲਾਹ ਤਾਲਾ ਨੇ ਮੇਰਾ ਨਾਮ ਨਬੀ ਰਸੂਲ ਰੱਖਿਆ ਵੇ। हाँ चेक करो जरा, नबी नहीं मानता, नबी मानना जिली बरूजी, वो नबी नहीं है, सिर्फ नबी ना रखे। ਤੁਸੀਂ ਯਾਰ ਰਸੂਲ ਸਾਹਿਬ ਚੁੱਪ ਕਰੋ, ਤੁਹਾਡੇ ਨਾਲ ਮੈਂ ਗੱਲ ਨਹੀਂ ਕਰਨਾ ਚਾਹੁੰਦਾ। मैं बिजी होने लगा, करना ही ज़िया भाई ने। मैं आमिर नजीर साहब, ਨਹੀਂ ਨਹੀਂ ਯਾਰ ਰਸੂਲ ਸਾਹਿਬ ਨਾਲ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਉਹਨਾਂ ਨੂੰ ਗੱਲ ਕਰਨ ਦਾ ਤਰੀਕਾ ਹੀ ਨਹੀਂ ਆਉਂਦਾ। आमिर नजीर साहब, आप तो हाफिज हैं अहमदियत के और आप पूछ रहे हैं कि मिर्जा साहब ने कहाँ कहा है कि मेरा दावा नबूवत नहीं है। क्या आपने वाकई नहीं पढ़ा हुआ या मैं बताऊं आपको कहाँ कहा हुआ है? आप बता दें। आपने ये पहले इतराफ करें कि आपने कहीं भी नहीं पढ़ा। नहीं, मैंने दर्जनों जगह पर उनका इनकार और दर्जनों जगह पर इकरार पड़ा हुआ है। इनकार वाली बात क्यों नहीं कह रहे हैं? ये आप तो कह रहे हैं कहाँ लिखा है, मुझे बताएं। निशान आसमानी, मतलब मेरा कहने का ये है, हाँ क्यों मैं इसलिए मैं कह रहा हूँ, हाँ इसलिए मैं कह रहा हूँ कि जहाँ उन्होंने ना ही खुरूज अज उम्मत, ना ही मैं मुनकर मौजूदात मलाइक और ना ही लैलतुल कदर से इनकारी हूँ और आन हज़रत सल्लल्लाहु अलैहि वसल्लम के खातमुन नबीयीन होने का कायल हूँ। हाँ, तो ये इससे क्या मतलब है कि मेरा दावा नबूवत है? सुन तो लेना, अब अगले कोई बात तो करने दिया करो, बात ही नहीं आप करने देते। नहीं, मैं ये कह रहा हूँ, आप बार बार कह रहे हैं अकबर साहब को कि मुझे बताओ कहाँ लिखा है, कहाँ लिखा है। ऐसे लगता है असल कहीं नहीं लिखा, गलत बयानी कर रहे हैं अकबर साहब। हाँ जी, ऐसा तो नहीं। अभी आपने मान लिया कि उन्होंने दर्जनों जगह लिखा है, इनकार किया है। अभी आप कह रहे थे कहाँ लिखा है? सुन लें जी, ये ना उनके मैं तहरीर पढ़ के सुनाने लगा हूँ। वो कहते हैं कि अब इस तमाम तहरीर से मतलब मेरा ये है कि जाहिल मुखालफ मेरी निस्बत इल्ज़ाम लगाते हैं कि ये शख्स नबी या रसूल होने का दावा करता है। मुझे ऐसा कोई दावा नहीं। मैं उस तौर से जो वो ख्याल करते हैं, ना नबी हूँ ना रसूल हूँ,
हाँ मैं इस तौर से नबी और रसूल हूं जिस तौर से अभी मैंने बयान किया। इसका मतलब है कि एक तौर से वो इनकार करते हैं, एक तौर से इकरार करते हैं। ये ठीक है बात? हाँ, ये तौर बता दिया ना, मैंने बताया था तौर कौन सा तौर है। तौर भी तो बताएं। हाँ तौर बताते हैं, तौर को छोड़ के इतना बता दें कि एक तौर का नबी आप उनको मानते हैं। किस तौर का? जिस भी तौर का, जिस तौर का उन्होंने बताया है उस तौर का। नहीं, उन्होंने तो कहा कि उससे मेरी मुराद सिर्फ मुजद्दद और जो भी है। मैं कहता आप उनको नबी मानते हैं? नहीं, मैं नहीं नबी मानता। आप खुदा मानते हैं? खामद को खुदा मान जाता है? एक मिनट, अकबर खान साहब तुसी ना मशीन चल रही। वो कहते हैं कि हाँ मैं इस तौर से नबी और रसूल हूं जिस तौर से अभी मैंने बयान किया है। जिस तौर से मिर्जा साहब ने बयान किया है, किस तौर से है? किस तौर से? इस तौर से आप नबी मानते हैं उनको? किस तौर से? और किस भी तौर से, किसी भी तौर से। तौर तो वजाहत भी कर दियो ना, तौर ऐसा नहीं किया करें। मेरी बात सुनो ना, मेरी बात साहब इस तरह मत किया करें। यार मैं तौर भी पढ़ के तौर में पढ़ा देंगे इंशाल्लाह। एक मिनट आमन नजीर साहब, आपका पता है क्या मसला है? आपको बारहा मैंने पहले भी बताया है कि आपके डायलॉग ना मारो, डायलॉग ना मारो, भी इस किस्म की बातें करते रहे हैं अपने मतलब। सुन लो, आपके औलिया कराम भी कहते रहे हैं ये वाले जुमले। मैं औलिया नहीं हो सकते। और मेरी गल सुनो, जेड़ा औलिया आखेगा ना मैं इस तौर से नबी हां ते उस तौर से नहीं, ਉਹਨੂੰ ਲਿਆਵੇ ਮੇਰੇ ਸਾਹਮਣੇ ਤੇ ਵੇਖਿਓ ਮੈਂ ਉਹਦਾ ਕੀ ਸਲੂਕ ਕਰਨਾ। ਤੁਸੀਂ ਇੱਕ ਮਿੰਟ ਇਹਦਾ ਫੈਸਲਾ ਕਰ ਲੈਂਦੇ ਆਪਣੇ। ਕਹੇਗਾ ਨਹੀਂ क्या ਹੋਇਆ ਏ यार, नहीं कहेगा। यार मेरी गल सुनो ना, एक बात सुनो, एक मिनट रुक जाए, एक मिनट रुक जाए। आपको बात पता है क्या मसला पता है? हमारा मसला क्यों नहीं सॉर्ट आउट होता? जब हम आपके औलिया का नाम लें, आप कहते हैं जी हम उनकी उठा के दीवार पे मारते हैं। आपको मौलाना मदूदी का दो आप कहते हो कि हम उसको उस नहीं मानते। आपको डॉक्टर इसरार अहमद का दो आप कहते हो हम उसको नहीं मानते। आपको अबू कलाम आज़ाद का दो आप कहते हो हम उसको नहीं मानते। आपको इलामा एहसान अलाई ज़हीर साहब का दो आप कहते हैं जी उन्होंने गलती कर दी होगी, वो उसके जवाबदेह खुद होंगे। अब आखिरी हाल तो हमारे पास यही है कि हम फरिश्तों से रब्ता करें, कोई इसराफील से रब्ता करें कि यार नीचे आके कोई हवाला दे हमें, माने। जब आपने मानना ही नहीं है तो मुझे ये बताएं आप हमें मिर्जा साहब के हवाले क्यों देते हैं जब आप हमारे हवाले ही नहीं मानते? सुन लो जवाब। हम मिर्जा साहब अगर अमर नज़ीर साहब मिर्जा साहब की शादमियत करनी है ना तो मैं ਤੁਹਾਡੀ को कोई बंदा नहीं छोड़ना चाहता। कोई बंदा नहीं करता पिया। ਤੁਸੀਂ बेशक ना सुनो या सुनो, ਇੱਥੇ ਕੋਈ ਬੰਦਾ ਨੂੰ ਗਾਲ ਮੇਰੇ ਹੁੰਦੇ नहीं ਕੱਢ सकता। मैं कह रहा कि मिर्जा साहब ने जो नबूवत का दावा किया है उसको हम कुरान और हदीस की बिना पर झूठा कहते हैं, ना कि बाबों की रोशनी में, ना कि बाबों के कवाल की रोशनी में। अगर किसी बाबे ने भी कुरान और हदीस की रोशनी में नबूवत का दावा किया है, मुझे बताएं उसको हम बातिल क्यों नहीं कहेंगे? इसको बातिल क्यों कहेंगे? उसको झूठा क्यों नहीं कहेंगे? इसकी हमारे साथ दुश्मनी और उसकी दोस्ती है, उसके साथ कोई रिश्तेदारी है भाई। एक काम करें, इंसाफ बराबर करें। मिर्जा साहब के लिए तो बड़ी ब्रांडें लग रही हैं, कब से लग रही हैं, रोज झूठा कज़ाब दजाल जो भी है। अब एक काम आप करें, इंसाफ बराबरी का करें। एक औलिया जिसने ये दावा किया है उसके नाम की ब्रांड लगाएं और उसके दावे लोगों को पहुंचाएं, और झूठा मलूम कहें, फिर बात बनती है। ऐसे नहीं बनती कि अपने सुनिए ना, ऐसे नहीं बात बनती कि अपने घर के चोर को तो सिर्फ थोड़ा सा कहा हाँ उसने यार चोरी की है, कोई बात नहीं, अब उसको अल्लाह उसको देखेगा। मेरे पास टाइम थोड़ा है, मेरी इतनी बात का जवाब ले लें जो आपने की, समझ आ गई आप क्या कहना चाहते हैं। मेरा ये दावा है कि मुसलमानों में से किसी बंदे ने नबूवत का दावा नहीं किया जिसको मुसलमान झूठा मुदय्य नबूवत नहीं मानते। वो बंदा आप पेश कर दें। मैं ये दावा करता हूं कि ऐसा कोई बंदा है ही नहीं जिसने नबूवत का दावा किया और मुसलमानों ने उसको माफ किया है, ऐसा है ही कोई नहीं। मिर्जा साहब अगर ये लफ्ज इस्तेमाल करते हैं कि जी मुझे नबी कहकर पुकारा गया है, नबी कहकर, तो उनका दावा बन जाता है। जब दूसरा कोई औलिया कहता है मैं उसका दावा नहीं बन सकता। फिर आप मुझे बोलने नहीं देना, जुमला मुकम्मल करने दें। फिर आप बताते हैं, फिर आप ये कहते हो उसको जिस वक्त औलिया ने ये बात की थी ना, मैं नबी भी हूँ, मैं अली भी हूँ, मैं फलाना भी, मैं खुदा भी हूँ, वो उसे एक रूहानी कैफियत में था। ठीक है ठीक है ठीक है, ये क्या तरीका का जवाब सुन लेना, जवाब आ गया ना आपका मौका कि जवाब सुन ले। मैं ये कह रहा हूँ हफीज शेख साहब कि अब आप गलत बात ना करें। मिर्जा साहब के मैंने वो अल्फाज
आपके सामने रखे हैं जिनमें वो खुद कह रहे हैं मैं नबी और रसूल हूं, इस तौर से मैं नबी और रसूल हूं। आप कहते हैं कि उनको नबी कह के पुकारा गया है। आप क्यों नहीं कहते कि मिर्जा साहब दावा कर रहे हैं कि इस तौर से मैं नबी और रसूल हूं और हम उस तौर से उनको नबी और रसूल मानते हैं? सीधी बात क्यों नहीं करते? मैंने तो आपको बता दिया है कि उन्होंने उसकी वजाहत कर दिया कि महज मुजद्दद और मुहद्दस वो हम उनको मानते हैं। भाई मुजद्दद की हैसियत से या मुहद्दस की हैसियत से की है कि मैंने ये लफ्ज तो लेना बारह आपको बताया, अहमद नजीर साहब हाँ, बारह हाँ, बताया, मेरे ज़हन में है। हवाला दे के बताया कि उन्होंने कहा कि मेरे इस लफ्ज नबी से महज मुराद मुहद्दस और मुजद्दद है।